ਸੈਕੰਡ ਈਅਰ ਦੇ ਵਿੱਚ ਮੈਥਮੈਟਿਕਸ ਦੀ ਇੱਕ ਬੁੱਕ ਹੈ ਡਿਫਰੈਂਸ਼ੀਅਲ ਇਕੁਏਸ਼ਨਸ ਪਾਰਟ 2। ਉਸ ਬੁੱਕ ਨੂੰ ਆਪਾਂ ਕੀ ਸਟਾਰਟ ਕਰਨ ਜਾ ਰਹੇ ਹਾਂ। ਸਿਲੇਬਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਕੋਰਡਿੰਗ ਜੋ ਹੈ ਆਪਾਂ ਕਰਾਂਗੇ। ਸਮੈਸਟਰ 4th ਹੈ ਸੈਕੰਡ ਈਅਰ ਦਾ, ਠੀਕ ਹੈ। ਸਮੈਸਟਰ 3rd ਦੇ ਵਿੱਚ ਡਿਫਰੈਂਸ਼ੀਅਲ ਇਕੁਏਸ਼ਨ ਦੀ ਪਾਰਟ 1 ਬੁੱਕ ਹੈ, ਜਿਸ ਦੇ ਵਿੱਚ ਕੀ ਹੈ ਡਿਫਰੈਂਸ਼ੀਅਲ ਇਕੁਏਸ਼ਨਸ ਕੀ ਹਨ, ਉਹਨਾਂ ਦਾ ਸਟਰਕਚਰ ਕੀ ਹੈ, ਉਹਨਾਂ ਨੂੰ ਸੋਲਵ ਕਿੱਦਾਂ ਕਰਨਾ ਹੈ, ਉਹਨਾਂ ਬਾਰੇ ਕੀ ਹੈ ਸਾਰਾ ਉਸ ਬੁੱਕ ਦੇ ਵਿੱਚ ਹੈ। ਤੇ ਇਹ ਉਸ ਬੁੱਕ ਦਾ ਕੀ ਹੈ ਪਾਰਟ 2 ਹੈ, ਠੀਕ ਹੈ। ਇਸ ਦਾ ਫਸਟ ਚੈਪਟਰ ਹੈ ਪਾਵਰ ਸੀਰੀਜ਼ ਸੋਲਿਊਸ਼ਨ ਆਫ ਡਿਫਰੈਂਸ਼ੀਅਲ ਇਕੁਏਸ਼ਨਸ। ਪਾਵਰ ਸੀਰੀਜ਼, ਪਾਵਰ ਸੀਰੀਜ਼ ਕੀ ਹੁੰਦੀ ਹੈ? ਇੱਕ ਸੀਰੀਜ਼ ਜਿਹੜੀ ਕਿ ਪਾਵਰਸ ਦੇ ਚੇਂਜ ਹੋਣ ਨਾਲ ਬਣਦੀ ਹੈ, ਠੀਕ ਹੈ। ਤੇ ਇਸ ਦਾ ਆਪਾਂ ਕੀ ਹੈ ਸੋਲਿਊਸ਼ਨ ਕਰਨਾ ਹੈ ਡਿਫਰੈਂਸ਼ੀਅਲ ਇਕੁਏਸ਼ਨਸ ਨਾਲ, ਠੀਕ ਹੈ। ਮਤਲਬ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਹੋਏਗੀ ਜਿਹੜੀ ਕਿ ਪਾਵਰਸ ਦੇ ਨਾਲ ਬਣਨੀ ਹੋਏਗੀ, ਤੇ ਆਪਾਂ ਉਸ ਦਾ ਕੀ ਹੈ ਸੋਲਿਊਸ਼ਨ ਫਾਈਂਡ ਕਰਨਾ ਹੈ। ਦੇਖੋ ਫਸਟ ਐਕਸਰਸਾਈਜ਼ ਦੀ ਫਸਟ ਐਗਜ਼ਾਮਪਲ ਲਈ ਹੈ ਆਪਾਂ, ਜਿਸ ਦੇ ਵਿੱਚ ਕੁਐਸਚਨ ਕੀ ਹੈ ਸੋਲਵ ਇਨ ਸੀਰੀਜ਼ ਦਾ ਡਿਫਰੈਂਸ਼ੀਅਲ ਇਕੁਏਸ਼ਨ। ਸੀਰੀਜ਼ ਦੇ ਵਿੱਚ ਕੀ ਹੈ ਡਿਫਰੈਂਸ਼ੀਅਲ ਇਕੁਏਸ਼ਨ ਨੂੰ ਸੋਲਵ ਕਰਨਾ ਹੈ, ਜਿਸ ਦੀ ਕੀ ਹੈ ਇਹ ਆਪਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ, ਠੀਕ ਹੈ। ਸੈਕੰਡ ਡਿਗਰੀ ਦੀ ਜੋ ਕਿ ਹੈ ਆਪਣੇ ਕੋਲ ਇਕੁਏਸ਼ਨ ਹੈ डिफरेंशियल इक्वेशन सेकंड डिग्री, ठीक है। क्योंकि देख सकते हो y डबल डैश है, y डबल डैश मतलब डी स्क्र वाई अपॉन डी एक्स स्क्र, ठीक है। y जो डबल डैश का मीनिंग होता है डबल डेरिवेटिव डी स्क्र वाई अपॉन डी एक्स स्क्र, तो y सिंगल डैश का मतलब होता है डी वाई बाय डी एक्स, ठीक है। डेरिवेटिव किया है विद रिस्पैक्ट टू एक्स। हाँ जी, तो आप स्टार्ट करते हैं ਇਸ ਨੂੰ ਸੋਲਵ ਕਰਨਾ। ਤਾਂ ਇਸ ਦੇ ਕੀ ਆਪਾਂ ਕੁਐਸਚਨ ਨੂੰ ਹੈ ਨਾ ਕੁਝ ਪਾਰਟਸ ਦੇ ਵਿੱਚ ਸੋਲਵ ਕਰਾਂਗੇ, ਠੀਕ ਹੈ। ਕੁਝ ਪਾਰਟਸ ਦੇ ਵਿੱਚ, ਤੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਹਾਂ ਕਿਹੜੇ ਕਿਹੜੇ ਪਾਰਟਸ ਹੋਣਗੇ। ਤਾਂ ਜਿਵੇਂ ਪਹਿਲਾਂ ਦੇਖੋ, ਪਹਿਲਾਂ ਆਪਾਂ ਕੀ ਹੈ ਕੰਪੇਅਰ ਕਰਾਂਗੇ ਫਸਟ ਪਾਰਟ ਦੇ ਵਿੱਚ ਇਕੁਏਸ਼ਨ ਨੂੰ ਸਟੈਂਡਰਡ ਇਕੁਏਸ਼ਨ ਨਾਲ। ਕੀ ਹੈ ਜੇ ਆਪਾਂ ਨੂੰ ਡਿਫਰੈਂਸ਼ੀਅਲ ਇਕੁਏਸ਼ਨ ਗਿਵਨ ਹੋਏਗੀ, ਉਹਨੂੰ ਆਪਾਂ ਸਟੈਂਡਰਡ ਫਾਰਮ ਦੇ ਨਾਲ ਕੀ ਹੈ ਕੰਪੇਅਰ ਕਰਾਂਗੇ। ਜਦੋਂ ਕੰਪੇਅਰ ਕਰਾਂਗੇ ਨਾ ਤਾਂ ਆਪਣੇ ਕੋਲ ਦੋ ਆਪਾਂ ਨੂੰ ਫੰਕਸ਼ਨ ਮਿਲਣਗੇ, ਇੱਕ p of x, ਠੀਕ ਹੈ, ਐਂਡ ਇੱਕ q of x, ਠੀਕ ਹੈ। ਦੋ ਫੰਕਸ਼ਨ ਪਤਾ ਕਰਾਂਗੇ, ਫਿਰ ਚੈੱਕ ਕਰਾਂਗੇ ਕਿ ਤੀਜੇ ਸਟੈਪ ਤੇ ਕਿ x ਇਜ਼ ਇਕੁਅਲ ਟੂ 0 ਤੇ ਉਹ ਫੰਕਸ਼ਨ ਕੀ ਹੈ ਐਗਜ਼ਿਸਟ ਕਰਦਾ ਹੈ ਜਾਂ ਫਿਰ ਐਗਜ਼ਿਸਟ ਨਹੀਂ ਕਰਦਾ, ਡਸ ਨੋਟ ਐਗਜ਼ਿਸਟ, ਠੀਕ ਹੈ। ਤਾਂ ਇਹ ਚੈੱਕ ਕਰਨ ਤੋਂ ਬਾਅਦ ਜੇਕਰ ਐਗਜ਼ਿਸਟ ਕਰਦਾ ਹੈ ਫਿਰ ਉਹ ਕੀ ਹੋ ਜਾਏਗਾ ਐਨ ਆਰਡੀਨਰੀ ਪੁਆਇੰਟ। ਨੰਬਰ 4 ਤੇ ਐਨ ਆਰਡੀਨਰੀ ਪੁਆਇੰਟ ਜੇਕਰ ਐਗਜ਼ਿਸਟ ਕਰਦਾ ਹੈ ਤਾਂ ਉਹ ਆਰਡੀਨਰੀ ਪੁਆਇੰਟ ਹੋ ਜਾਏਗਾ। ਜੇਕਰ ਉਹ ਐਗਜ਼ਿਸਟ ਨਹੀਂ ਕਰਦਾ ਫਿਰ ਉਹ ਕੀ ਹੋ ਜਾਏਗਾ ਸਿੰਗੂਲਰ ਪੁਆਇੰਟ, ਠੀਕ ਹੈ। ਫਿਰ ਉਹ ਕੀ ਹੋ ਜਾਏਗਾ ਸਿੰਗੂਲਰ ਪੁਆਇੰਟ ਜੇਕਰ ਉਹ ਡਸ ਨੋਟ ਐਗਜ਼ਿਸਟ ਆਦਾ ਹੈ, ਠੀਕ ਹੈ। ਤੇ ਜਦੋਂ ਇਹ ਸਟੈਪ ਆਪਾਂ ਕਰ ਲਾਂਗੇ ਫਿਰ ਉਸ ਤੋਂ ਬਾਅਦ ਆਪਾਂ ਇੱਕ ਸੋਲਿਊਸ਼ਨ ਲੈਟ ਕਰਾਂਗੇ, ਠੀਕ ਹੈ। 6 ਸਟੈਪ ਦੇ ਵਿੱਚ ਆਪਾਂ ਕੀ ਹੈ ਇੱਕ ਸੋਲਿਊਸ਼ਨ ਨੂੰ ਕੀ ਹੈ ਲੈਟ ਕਰਾਂਗੇ, ਉਹ ਇੱਕ ਤਰ੍ਹਾਂ ਦੀ ਸੀਰੀਜ਼ ਹੋਏਗੀ, ਠੀਕ ਹੈ। ਉਹ ਆਪਾਂ ਜਦੋਂ ਹੁਣ ਇੱਕ ਫਸਟ ਕੁਐਸਚਨ ਸੋਲਵ ਕਰਾਂਗੇ ਤੁਹਾਨੂੰ ਪਤਾ ਲੱਗ ਜਾਏਗਾ। ਤੇ ਇਹ ਜੋ ਸੋਲਿਊਸ਼ਨ ਆਪਾਂ ਲੈਟ ਕਰਨਾ ਹੈ ਇਹ ਕਿਹਦੇ ਤੇ ਡਿਪੈਂਡ ਹੋਏਗਾ? ਇਹ ਡਿਪੈਂਡ ਹੋਏਗਾ ਕਿ ਜੇ ਉਹ ਆਪਣਾ x ਇਜ਼ ਇਕੁਅਲ ਟੂ 0 ਪੁਆਇੰਟ ਹੈ ਉਹ ਸਿੰਗੂਲਰ ਹੈ ਜਾਂ ਆਰਡੀਨਰੀ ਹੈ, ਠੀਕ ਹੈ। ਤਾਂ ਸੋਲਿਊਸ਼ਨ ਦੋ ਤਰੀਕੇ ਨਾਲ ਲੈਟ ਹੋਏਗਾ, ਇੱਕ ਸਿੰਗੂਲਰ ਪੁਆਇੰਟ ਦੇ ਅਕੋਰਡਿੰਗ ਤੇ ਇੱਕ ਕੀ ਹੈ ਆਰਡੀਨਰੀ ਪੁਆਇੰਟ ਦੇ ਅਕੋਰਡਿੰਗ, ਓਕੇ। ਤਾਂ ਹੁਣ ਆਪਣੇ ਕੋਲ ਇਹ ਜੋ 6 ਸਟੈਪ ਨੇ, ਪਹਿਲਾਂ ਇੰਨਾ ਕੰਮ ਕਰਦੇ ਆ ਸੋਲਿਊਸ਼ਨ ਲੈਟ ਕਰਦੇ ਆ, ਫਿਰ ਆਪਾਂ ਕੀ ਹੈ ਸੋਲਿਊਸ਼ਨ ਫਾਈਂਡ ਕਰਾਂਗੇ। ਪਹਿਲਾਂ ਤਾਂ ਆਪਾਂ ਕੀ ਹੈ ਸੋਲਿਊਸ਼ਨ ਇੱਕ ਲੈਟ ਕਰਨਾ ਪਏਗਾ, ਉਹਦੇ ਵਾਸਤੇ ਪਹਿਲਾਂ 5 ਸਟੈਪ ਆਪਾਂ ਨੂੰ ਕਲੀਅਰ ਕਰਨੇ ਪੈਣਗੇ, ਠੀਕ ਹੈ। ਹਾਂਜੀ, ਤਾਂ ਦੇਖੋ ਆਪਾਂ ਸੋਲਿਊਸ਼ਨ ਨੂੰ ਸਟਾਰਟ ਕਰਦੇ ਆ। ਤਾਂ ਸੋਲਵ ਕਰਨੀ ਸੀਰੀਜ਼ ਪਹਿਲਾਂ ਆਪਾਂ ਇਹੀ ਲਿਖਾਂਗੇ ਆਨਸਰ ਦੇ ਵਿੱਚ ਕਿ ਗਿਵਨ ਕੀ ਹੈ, ਠੀਕ ਹੈ। ਗਿਵਨ ਕੀ ਆਪਣੇ ਕੋਲ ਡੀ ਸਕੇਅਰ ਵਾਈ ਅਪੋਨ ਡੀ ਐਕਸ ਸਕੇਅਰ ਮਾਈਨਸ ਐਕਸ ਡੀ ਵਾਈ ਬਾਈ ਡੀ ਐਕਸ ਪਲਸ ਵਾਈ ਇਜ਼ ਇਕੁਅਲ ਟੂ 0, ਠੀਕ ਹੈ। ਚਲੋ ਹੁਣ ਇਸ ਤੋਂ ਬਾਅਦ ਆਪਾਂ ਕੀ ਹੈ ਕੰਪੇਅਰ। ਇਹ ਤਾਂ ਆਪਣੇ ਕੋਲ ਜੋ ਗਿਵਨ ਆਪਾਂ ਲਿਖਿਆ, ਤਾਂ ਫਸਟ ਸਟੈਪ ਆਪਾਂ ਕੀ ਕਰਨਾ ਕੰਪੇਅਰ ਕਰਨਾ ਹੈ। ਤਾਂ ਆਪਾਂ ਲਿਖ ਦਾਂਗੇ ਕੰਪੇਅਰ ਇਟ ਵਿਦ
ਕਿਹਦੇ ਨਾਲ ਕੰਪੇਅਰ ਕਰਨਾ, ਸਟੈਂਡਰਡ ਫਾਰਮ। ਹੁਣ ਸੈਕਿੰਡ ਡਿਗਰੀ ਜੋ ਡਿਫਰੈਂਸ਼ੀਅਲ ਇਕੁਏਸ਼ਨ ਹੁੰਦੀ ਹੈ ਤਾਂ ਉਹਦੀ ਕੀ ਹੈ, ਸਟੈਂਡਰਡ ਫਾਰਮ ਹੁੰਦੀ ਹੈ, ਡੀ ਸਕੇਅਰ ਵਾਈ ਅਪੋਨ ਡੀ ਐਕਸ ਸਕੇਅਰ प्लस पी ऑफ एक्स डी वाई बाई डी एक्स प्लस क्यू ऑफ एक्स इंटू वाई इज इक्वल टू 0। एक ही है स्टैंडर्ड फॉर्म है, ठीक है। ये अपनी होगी स्टैंडर्ड फॉर्म। तो इस दे नाल ही तुसी हमेशा कंपेयर करोगे इस सारे चैप्टर दे विच, फर्स्ट स्टैप यही रहेगा, ठीक है। तो जो आप इस दे नाल कंपेयर किया तो अपने को आ गया पी एक्स आ गया अपने को पी एक्स की आया माइनस एक्स, क्योंकि इतने प्लस का साइन है ना, तो ये इतने माइनस का साइन है, मतलब अपन इतने प्लस करने वास्ते की करना पेगा, माइनस में एक्स के नाल ही लेना पेगा, ठीक है। तो अपना जो पी ऑफ एक्स है वो माइनस एक्स आ गया एंड क्यू ऑफ एक्स की आ गया, क्यू ऑफ एक्स इज इक्वल टू, देखो क्यू ऑफ एक्स की है कोफिशेंट ऑफ वाई, ठीक है। जिमें पी ऑफ एक्स की सी कोफिशेंट ऑफ डी वाई बाई डी एक्स, एवं क्यू एक्स की है कोफिशेंट ऑफ वाई। हम इतने कुछ भी नहीं है, प्लस वाई है, यानी कि इतने 1 होएगा, ठीक है। तो अपना क्यू एक्स की आ गया 1 आ गया, ठीक है। हम जेकर तुसी थोड़ा जा ध्यान नाल देखो तो अपना जो सैकेंड स्टैप है आप कर लिया है, पी एक्स भी फाइंड कर लिया, क्यू एक्स भी पता कर लिया कंपेयर करने बाद। थर्ड स्टैप है आप चैक करना है एट एक्स इज इक्वल टू 0 पी एक्स तो क्यू एक्स एग्जिस्ट करते हैं या नहीं करते, ठीक है। आप चैक कर लेंगे एट एक्स इज इक्वल टू 0। हम देखो एक्स की जगह तो 0 पुट करो, पी एक्स के की आएगा -0। 0 होना एक एग्जिस्टिंग नंबर है, ठीक है। 0 यानी कोई मुल नहीं, एक ही है 0 एग्जिस्ट करता है। डज नॉट एग्जिस्ट का मतलब होंगे जो फंक्शन की है इनफिनिटी देन लग जाए 0 पुट कराते, ठीक है। हम इतने एक्स में आप 0 पुट करते तो इनफिनिटी तो नहीं बन रहा ना, ਤਾਂ करके की है पी एक्स एग्जिस्ट कर रहा है। ਹੁਣ क्यू एक्स ਨੂੰ ਚੈੱਕ ਕਰਦੇ ਆ ਤਾਂ क्यू एक्स ਤਾਂ ਪਹਿਲਾਂ ਹੀ 1 ਹੈ, ਇਹਦੇ ਚ x ਨੂੰ ਜਿਹੜਾ ਕੁਝ ਮਰਜ਼ੀ ਪੁੱਟ ਕਰ ਲਓ ਆਨਸਰ 1 ਹੀ ਰਹੇਗਾ। ਇਹਦਾ ਮਤਲਬ क्यू एक्स ਵੀ ਕੀ ਹੈ, ਐਗਜ਼ਿਸਟ ਕਰ ਰਿਹਾ ਹੈ। ਤਾਂ ਆਪਾਂ ਕੀ ਲਿਖਾਂਗੇ ਐਟ x ਇਜ਼ ਇਕੁਅਲ ਟੂ 0 p of x and q of x both are exist, ठीक है। दोनों फंक्शन एग्जिस्ट कर रहे हैं। तो मैं ਤੁਹਾਨੂੰ ਕੀ ਦੱਸਿਆ ਸੀ फोर्थ स्टैप ਦੇ ਵਿੱਚ, जेकर एग्जिस्ट करता है एट एक्स इज इक्वल टू 0 फंक्शन, दोनों फंक्शन एग्जिस्ट करते हैं तो अपना जो पॉइंट है एक्स इज इक्वल टू 0 वो की होएगा है ऑर्डिनरी पॉइंट है, ठीक है। तो अपना एक्स इज इक्वल टू 0 पॉइंट की आ गया ऑर्डिनरी पॉइंट। आप इतने लिख देने, देयरफॉर एक्स इज इक्वल टू 0 इज एन ऑर्डिनरी पॉइंट, ठीक है। सिंपल जी गल सी। ਹੁਣ देखो अपने को या तो फंक्शन की एग्जिस्ट करेगा या डज नॉट एग्जिस्ट करेगा। हम जेकर एग्जिस्ट कर रहे तो फिफ्थ स्टैप का कोई लेना देना नहीं, क्योंकि एग्जिस्ट कर रहे तो फिर सिंगुलर पॉइंट तो हो ही नहीं सकता, की होएगा ऑर्डिनरी पॉइंट। वो आप लिख चुके हैं कि ये ऑर्डिनरी पॉइंट है अपनी डिफरेंशियल इक्वेशन का, इन्हों मैं नंबर 1 कह देना, ठीक है। तो अपनी जो डिफरेंशियल इक्वेशन है उसका एक ही है ऑर्डिनरी पॉइंट। इतने तुम लिख भी सकते हो कि एक्स इज इक्वल टू 0 एंड ऑर्डिनरी पॉइंट ऑफ डिफरेंशियल इक्वेशन 1। देखो फर्स्ट क्वेश्चन है आप बिल्कुल आराम नाल करांगे, चाहे फर्स्ट क्वेश्चन ते 1 घंटा लग जाए, बट जेकर एक समझ आ गया तो बाकी सारे विच सिर्फ आही चक्कर रहेगा कि वो ऑर्डिनरी है या सिंगुलर है। स्टैप सेम रहेंगे या फिर सोल्यूशन का होएगा कि सोल्यूशन लैट किहड़ा करना है बस, नहीं तो पूरे चैप्टर के विच सेम कंसैप्ट यूज होंगे, थोड़ा थोड़ा ही चेंज होएगा, ठीक है। तो फर्स्ट क्वेश्चन आराम नाल समझना पएगा। तो आप देख लिया हुण कि अपने को ऑर्डिनरी पॉइंट आ गया, फोर्थ स्टैप हो गया। हुण आउंदे आपां सिक्स्थ स्टैप ते सोल्यूशन लैट करने लई, ठीक है। आपां की करना है हुण सोल्यूशन लैट करना है। आपां मान लैंदे आ लैट सोल्यूशन ऑफ 1 यानी कि अपनी जो डिफरेंशियल इक्वेशन गिवन है बी अपना की है फर्स्ट नंबर जो डिफरेंशियल इक्वेशन गिवन है उसका सोल्यूशन की है y इज इक्वल टू समेशन n इज इक्वल टू 0 टू इनफिनिटी a n x दी पावर n। ये आप सोल्यूशन लैट कर लिया। तो जो फाइनल आप सब कुछ सोल्व कर लेंगे ना तो सोल्यूशन इस की है ऐड करांगे, ठीक है।
ਹੁਣ देखो हाँ जी, तो ये आपां की है सल्यूशन लैट किया। हुण इनू मैं की है नंबर 2 कह दिना हाँ, ठीक है, नंबर 2 कह लिया। हुण मैं इत्थे की करदा हाँ, इसका डेरीवेटिव करांगा, क्योंकि अपनी इक्वेशन दे विच देखो डबल डेरीवेटिव तो सिंगल डेरीवेटिव दोनों ही हैं, ठीक है। तो डबल डेरीवेटिव आपां नूं चाहीदा है, एक सिंगल डेरीवेटिव आपां नूं चाहीदा है। वाई तो अपने कोल है ही, देखो वाई की वैल्यू आपां की है, वाई का सोल्यूशन आपां लैट कर चुके हैं एक सीरीज़ के विच। तो डी वाई बाय डी एक्स की आपां नूं वैल्यू चाहिए है एक सीरीज़ के विच, ते डी स्केयर वाई अपॉन डी एक्स स्केयर चाहिए है, ठीक है। आपां क्योंकि सोल्व करना है सीरीज़ की फॉर्म दे विच, डिफरेंशियल इक्वेशन सोल्व इन सीरीज़, ठीक है। तो हुण आपां की करदे इहदा डेरीवेटिव कर दिंदे आं। आपां इत्थे लिख दिंदे आं डिफरेंशिएट आप इत्थे लिख दिंदे आं डिफरेंशिएट टू विद रिस्पैक्ट टू एक्स। क्यों? क्योंकि अपने कोल जो मेन वेरीएबल है वो की है एक्स, जिसकी आप वैल्यू पुट करनी है जिमें कि एक्स इज इक्वल टू 0, ठीक है। तो आप हम जो इनका डेरीवेटिव करेंगे तो अपने को आएगा डी वाई बाय डी एक्स इज इक्वल टू, समेशन तो चेंज होएगा नहीं, क्योंकि समेशन का काम की है जोड़ना, किनिया संख्यावां नूं 0 तो लैके इनफिनिटी तक दी संख्यावां नूं जोड़ना। ए एन की एक कॉन्सटेंट है, ठीक है, बचा कौन एक्स दी पावर एन, एक फंक्शन है, तो इसका डेरीवेटिव क्या होएगा एन एक्स दी पावर एन माइनस 1, ठीक है। तो अपना जो वाई सी उसका डेरीवेटिव अपने को आ चुका है, ठीक है। मैं इसनों की है नंबर 3 कहांगा, जो फर्स्ट डेरीवेटिव है इसनों मैं नंबर 3 कह दांगा। क्यों? देखो हुण इत्थे एक ना खास गल आपां नूं ध्यान दे विच रखनी पेगी। पहला आपां नैक्सट स्लाइड ते पहुँचते हैं। देखो आपां की है डेरीवेटिव फाइंड कर लिया वाई का, ठीक है। वाई की सी अपना वाई सी समेशन एन इज इक्वल टू 0 तो इनफिनिटी ए एन एक्स दी पावर एन। तो मैं जो इसका डेरीवेटिव किया तो डेरीवेटिव मेरे को आया सी डी वाई बाय डी एक्स इज इक्वल टू समेशन एन 0 तो इनफिनिटी ए एन इंटू एन एक्स दी पावर एन माइनस 1, ये डेरीवेटिव आया सी। हुण ध्यान नाल सुनो, आपां की पिछे डिस्कस किया है कि एक्स इज इक्वल टू 0 ते पी एक्स ते क्यू एक्स बोथ आर एग्जिस्ट, ठीक है। आपां की क्या एक्स इज इक्वल टू 0 एन ऑर्डिनरी पॉइंट ऑफ डिफरेंशियल इक्वेशन 1। सारी डिफरेंशियल इक्वेशन 1 का एक्स इज इक्वल टू 0 की ऑर्डिनरी पॉइंट है, सारी डिफरेंशियल इक्वेशन 1 का, ठीक है। तो डिफरेंशियल इक्वेशन के विच डी वाई बाय डी एक्स भी है, ठीक है, जो आपां की फाइंड किया है। तो डी वाई बाय डी एक्स की जो सीरीज़ है उस दे विच एन नूं जेकर आपां 0 पुट करिए, ठीक है, ध्यान नाल देखो, जेकर मैं एन नूं 0 पुट करदा तो ए 0, ठीक है, इंटू एन की है 0, तो एक्स की पावर की हो जाएगी -1, 0 -1 यानी कि एक्स की पावर -1। ये आप लिख सकते हैं 0 बाय एक्स, ठीक है, क्योंकि ऊपर तो एन 0 है, 0 इंटू ए नोट तुम चाहे ना लिख लो, बट ये एक्स बराबर। हुण देखो आप क्या एट एक्स इज इक्वल टू 0 डिफरेंशियल इक्वेशन जी की है एग्जिस्ट करती है या की है एट एक्स इज इक्वल टू 0 की है, ये ऑर्डिनरी पॉइंट है, ठीक है। पर मैं जो इतने एक्स नूं 0 पुट करांगा तो ये की बन जाएगा 0 बाय 0, 0 बाय 0 फॉर्म, या इसनूं मैं 0 इंटू इनफिनिटी फॉर्म भी लिख सकना, जी की है डज नॉट एग्जिस्ट है, ठीक है, जी की है डज नॉट एग्जिस्ट है, बट ये कदे भी 0 नहीं होना चाहिए। इसका मतलब एन इज इक्वल टू 0 वाली जो टर्म है ना, क्योंकि इतने टर्म्स की ने ऐड हो रही ने, समेशन है, ठीक है, जिमें पहली टर्म ए नॉट एन एक्स दी पावर एन माइनस 1, ठीक है। तो एन नूं इत्थे सारी जगह तो आप 0 पुट करेंगे तो फर्स्ट टर्म बनेगी, जो 1 पुट करेंगे तो एक्स दी पावर 1 माइनस 1 है सैकेंड टर्म, ए 2 तो 2 इंटू एक्स दी पावर 2 माइनस 1 ये थर्ड है। तो एक ही है इनफाइनाइट टर्म्स ऐड होंगे क्योंकि इनफिनिटी तक चल रहा। तो जी पहली टर्म है 0 पुट करने जो टर्म बनती है उस समस्या की है कि इनफिनिटी बन रहा भी वो डस नॉट एग्जिस्ट आ रही है। तो अपन की करना पेगा, ये जो फर्स्ट टर्म है इसको हटाना पड़ेगा, ठीक है।
ਤਾਂ ਫਸਟ ਟਰਮ ਨੂੰ ਕੀ ਹੈ ਹਟਾਉਣਾ ਪਏਗਾ। ਤਾਂ ਆਪਾਂ ਕੀ ਕਰਦੇ ਹਾਂ ਹਟਾ ਦਿੰਦੇ ਹਾਂ। ਹਾਂਜੀ ਤਾਂ ਦੇਖੋ मैं ਕੀ ਕਰਾਂਗਾ dy/dx एज इट इज़ रहेगा इज इक्वल टू समेशन n इज इक्वल टू 1 तो इन्फिनिटी an इंटू n x दी पावर n माइनस 1। ਹੁਣ ਦੇਖੋ ਹੁਣ ਕੋਈ ਦਿੱਕਤ ਨਹੀਂ a1 n ਦੀ ਜਗ੍ਹਾ ਤੇ ਫਿਰ 1 x ਦੀ ਪਾਵਰ 1 ਮਾਈਨਸ 1 0। ਹੁਣ ਕਿਸੇ ਦੀ ਪਾਵਰ 0 ਹੋਏ ਆਪਾਂ ਨੂੰ ਇਨਫਿਨਿਟੀ ਨਹੀਂ ਬਣਾ ਕੇ ਦੇਗੀ ਉਹ ਚੀਜ਼। ठीक है किसी की पावर 0 x की पावर 0 है तो आंसर क्या आएगा 1 आएगा। ठीक है तो मतलब dy/dx अपना इत्थे सही हो गया। ठीक है बट हुण आपां नैक्सट जेकर गल करिए क्योंकि इत्थे एक प्रॉब्लम भी है अपने कोल n0 ही होना चाहिए है। आपां कोई टर्म नूं आपदी मर्जी नाल बाहर तां नहीं ना कर सकते कि हुण मैं इत्थे की कीता 0 नूं हटा दिता है तो टर्म्स 1 तो इनफिनिटी लै रही हैं जद कि इस तरह सारिया टर्म्स उत्थे होणगियां इनफिनिटी तक जो सीरीज़ नूं आपां ओपन करांगे तो आपां आपदी मर्जी नाल थोड़ी ना इदां फस्ट टर्म नूं बाहर कर सकते हैं। तो उस टर्म नूं तां विच लियाना ही पएगा। ठीक है उस टर्म दा विच होना तो जरूरी है। हुण कोई मान लो किते खड़ा है किते लंगर चलिया होया है ठीक है आपां फस्ट बंदे नूं चक के बाहर कर दी कि तू बाहर हो जा लाइन तो वो गुस्सा करेगा ना कि एवें किवें मैनूं बाहर कर दिता। उस तरीके नाल इत्थे भी है कि वो टर्म नूं आपां नूं की वापस विच लियाना पेगा पर इस तरीके नाल लियाना पेगा कि इत्थे इनफिनिटी ना बने। ठीक है आपां की करांगे पुट करांगे पुट n इज इक्वल टू n प्लस 1। ठीक है n नूं n प्लस 1 पुट कर दिता जो n नूं n प्लस 1 पुट करांगे तो n प्लस 1 इज इक्वल टू 1 इत्थों इनफिनिटी a n प्लस 1 n की जगह तो फिर n प्लस 1 फिर उस तो बाद x की पावर च भी n प्लस 1 माइनस 1। ठीक है आपां ही कर दिता। हुण देखो जो 1 उधर मैं लैके जावांगा आ देखो n प्लस 1 इज इक्वल टू 1 आ गया इत्थे साइड ते मैं कर रहा n प्लस 1 इज इक्वल टू 1 n इज इक्वल टू 1 माइनस 1 n इज इक्वल टू 0। ठीक है इनका मतलब इनकी वैल्यू की बनेगी समेशन n इज इक्वल टू 0 तो इनफिनिटी a n प्लस 1 इंटू n प्लस 1 x की पावर 1 माइनस 1 कितनी रह जाएगी n। ठीक है आ सोल्व करके तुहानूं दस्सिया सी कि n 0 के इक्वल हो जाएगा। आपां जस्ट सिंपल यही काम करना सी n नूं n प्लस 1 पुट करना सी वो आपां कर दिता। ठीक है इसनूं एवें ही तुसीं उत्थे की है जो आंसर सोल्व करना है तो लिखना है पुट n इज इक्वल टू n प्लस 1। ठीक है हुण अपने कोल dy/dx की की है एक सीरीज़ बन चुकी है। अपना लास्ट ते 3 नंबर क्या सी ना इसनूं हाँ ये अपना 2 नंबर सी ये अपना 3 नंबर सी तो ये अपना की हो गया 4 नंबर हो गया। हुण आपां नूं डी स्केयर वाई अपॉन डी एक्स स्केयर यानी कि डबल डेरीवेटिव चाहिए है वाई का डबल डेरीवेटिव चाहिए है। फस्ट डेरीवेटिव आ सी फस्ट डेरीवेटिव अपने को आ सी आपां इस ते एक होर डेरीवेटिव कर देने इन्ना नहीं करना फस्ट डेरीवेटिव तो यह भी है बट इस दे विच कि आपां टर्मां नूं थोड़ा चेंज करके एग्जिस्ट बनवाता है भी 0 तो लैके इनफिनिटी तक सारिया टर्म एग्जिस्ट करना। हुण आपां डेरीवेटिव जेकर दोबारा करना है डी स्केयर वाई अपॉन डी एक्स स्केयर फाइंड करना है तो इसका ही डेरीवेटिव करेंगे। आपां इत्थे लिख देंगे डिफरेंशिएट 3 विथ रिस्पैक्ट टू एक्स। ठीक है तो इसका डेरीवेटिव करांगे तो समेशन तो कोई दिक्कत नहीं होएगी। n 0 तो इनफिनिटी ए एन कॉन्स्टेंट है n एक नंबर है ये भी कॉन्स्टेंट है डेरीवेटिव इसनों कुछ नहीं कहेगा। x की पावर n माइनस 1 का डेरीवेटिव क्या होएगा n माइनस 1 नीचे। ठीक है इरेज द पावर डाउन दैन पावर दे विचों एक घटा देंगे n माइनस 2 n माइनस 1 सी माइनस 1 होर करांगे तो n माइनस 2। ठीक है तो ये अपना की है डबल डेरीवेटिव अपने को आ चुके हैं। ठीक है हुण इस दे विच भी उही रोला आ गया 0 के लिए ये एक्स बटे च चला जाएगा 1 के लिए ये एक्स बटे च चला जाएगा क्योंकि इत्थे तुसीं 0 पुट करोगे तो एक्स की पावर माइनस 2
x बटे 'ਚ ਗਿਆ ਤੇ ਬਟੇ ਦੇ ਵਿੱਚ x ਨੂੰ 0 ਪੁੱਟ ਕਰਾਂਗੇ ਤਾਂ ਡਸ ਨੋਟ ਐਗਜ਼ਿਸਟ। ਫਿਰ ਇੱਥੇ ਤੁਸੀਂ 1 ਪੁੱਟ ਕਰੋ, 1 ਮਾਈਨਸ 2 ਕੀ ਬਣ ਗਿਆ x ਦੀ ਪਾਵਰ -1, ਯਾਨੀ ਕਿ x ਬਟੇ ਵਿੱਚ ਗਿਆ ਤੇ ਬਟੇ ਦੇ ਵਿੱਚ 0 ਪੁੱਟ ਕਰਾਂਗੇ ਤਾਂ ਡਸ ਨੋਟ ਐਗਜ਼ਿਸਟ। ਤਾਂ ਆਪਾਂ ਕੀ ਕਰਾਂਗੇ ਇੱਥੇ ਪੁੱਟ n ਇਜ਼ ਇਕੁਅਲ ਟੂ n ਪਲੱਸ 2। ਤੁਸੀਂ ਇਹ ਯਾਦ ਰੱਖਣਾ, ਜਦੋਂ ਪਾਵਰ n ਮਾਈਨਸ 1 ਹੋਏਗੀ ਤਾਂ ਤੁਸੀਂ ਮਾਈਨਸ ਨੂੰ ਪਲੱਸ ਕਰਕੇ ਪੁੱਟ ਕਰਨਾ ਕਿ n ਨੂੰ ਕੀ ਹੈ n ਪਲੱਸ 1 ਪੁੱਟ ਕਰੋਗੇ। ਜਦੋਂ ਪਾਵਰ n ਮਾਈਨਸ 2 ਹੈ ਤਾਂ n ਨੂੰ ਆਪਾਂ ਕੀ ਹੈ n ਪਲੱਸ 2 ਪੁੱਟ ਕਰਾਂਗੇ। ਠੀਕ ਹੈ, ਹੁਣ ਜਦੋਂ ਆਪਾਂ ਇਸ ਨੂੰ ਪੁੱਟ ਕਰਾਂਗੇ ਤਾਂ ਆਪਣੇ ਕੋਲ ਡਬਲ ਡੈਰੀਵੇਟਿਵ ਕੀ ਬਣ ਜਾਏਗਾ। ਤਾਂ ਪਹਿਲਾਂ ਇੱਥੇ ਆਪਾਂ ਲਿਖਾਂਗੇ, ਆਪਾਂ ਟਰਮਾਂ ਨੂੰ ਕੀ ਹੈ ਹਟਾ ਦਿਆਂਗੇ, n ਇਜ਼ ਇਕੁਅਲ ਟੂ 2। ਠੀਕ ਹੈ, ਜਿਵੇਂ ਇੱਥੋਂ ਆਪਾਂ 0 ਵਾਲੀ ਟਰਮ ਤੰਗ ਕਰ ਰਹੀ ਸੀ ਤਾਂ ਆਪਾਂ 0 ਵਾਲੀ ਟਰਮ ਹਟਾ ਕੇ ਸਿੱਧਾ ਪਹਿਲੀ ਟਰਮ ਤੋਂ ਸੀਰੀਜ਼ ਸ਼ੁਰੂ ਕਰ ਲਈ ਸੀ, ਉਵੇਂ ਹੀ ਇੱਥੇ ਕਰਾਂਗੇ। ਪਹਿਲਾਂ ਆਪਾਂ ਕੀ ਹੈ ਜਿਹੜੀਆਂ ਦੋ ਟਰਮਾਂ ਤੰਗ ਕਰ ਰਹੀਆਂ ਨੇ ਉਹਨਾਂ ਨੂੰ ਬਾਹਰ ਕਰ ਦਿਆਂਗੇ, 2 ਤੋਂ ਸੀਰੀਜ਼ ਸ਼ੁਰੂ ਕਰਾਂਗੇ। ਤਾਂ n ਮਾਈਨਸ 1 x ਦੀ ਪਾਵਰ n ਮਾਈਨਸ 2 ਇਸ ਤਰ੍ਹਾਂ ਹੀ। ਹਾਂ, ਹੁਣ ਇੱਥੇ ਆਪਾਂ ਕੀ ਕਰਾਂਗੇ d ਸਕੁਅਰ y ਅਪੋਨ dx ਸਕੁਅਰ, ਇੱਥੇ ਆਪਾਂ ਪੁੱਟ ਕਰਾਂਗੇ n ਨੂੰ n ਪਲੱਸ 2 ਇਜ਼ ਇਕੁਅਲ ਟੂ 2 ਤੋਂ ਇਨਫਿਨਿਟੀ। ਠੀਕ ਹੈ, ਹੁਣ ਇੱਥੇ n ਨੂੰ n ਪਲੱਸ 2 ਆਪਾਂ ਪੁੱਟ ਕਰ ਦਿੱਤਾ ਹੈ ਤਾਂ ਇੱਥੇ ਕੀ ਆਏਗਾ a n ਪਲੱਸ 2, n ਦੀ ਜਗ੍ਹਾ 'ਤੇ ਵੀ n ਪਲੱਸ 2। ਠੀਕ ਹੈ, n ਮਾਈਨਸ 1 ਨੇ ਤਾਂ n ਦੀ ਜਗ੍ਹਾ 'ਤੇ ਆਪਾਂ n ਪਲੱਸ 2 ਪੁੱਟ ਕੀਤਾ -1। ਠੀਕ ਹੈ, ਫਿਰ x ਦੀ ਪਾਵਰ n ਪਲੱਸ 2 ਮਾਈਨਸ 2। ਠੀਕ ਹੈ, ਹਾਂਜੀ। ਤਾਂ ਹੁਣ ਨੈਕਸਟ ਸਟੈਪ ਕੀ ਹੋਏਗਾ, ਇਹ n ਕੀ ਇੱਥੇ 0 ਬਣ ਜਾਏਗਾ ਕਿਉਂਕਿ 2 ਉੱਧਰ ਜਾ ਕੇ ਮਾਈਨਸ ਹੋਏਗਾ ਤਾਂ 2 ਮਾਈਨਸ 2 0। ਤਾਂ n ਇਜ਼ ਇਕੁਅਲ ਟੂ 0 ਤੋਂ ਇਨਫਿਨਿਟੀ a n ਪਲੱਸ 2 ਐਜ਼ ਇਟ ਇਜ਼ ਰਹੇਗਾ। ਫਿਰ ਇੱਥੇ ਕੀ ਹੋਏਗਾ, 2 ਵਿੱਚੋਂ 1 ਗਿਆ 1 ਤਾਂ n ਪਲੱਸ 1 n ਪਲੱਸ 2 x ਦੀ ਪਾਵਰ 2 ਮਾਈਨਸ 2 0 ਤਾਂ x ਦੀ ਪਾਵਰ ਕੀ ਰਹਿ ਜਾਏਗੀ n। ਤਾਂ d ਸਕੁਅਰ y ਅਪੋਨ dx ਸਕੁਅਰ ਵੀ ਆਪਣੇ ਕੋਲ ਆ ਚੁੱਕਿਆ ਹੈ। ਠੀਕ ਹੈ, ਇੱਕ ਵਾਰੀ ਜਿੰਨਾ ਕੀਤਾ ਹੈ ਇਸ ਨੂੰ ਦੁਬਾਰਾ ਥੋੜ੍ਹਾ ਜਿਹਾ ਆਪਾਂ ਰਿਪੀਟ ਕਰ ਲੈਂਦੇ ਹਾਂ। ਇਸ ਨੂੰ ਮੈਂ ਨੰਬਰ 5 ਕਹਿ ਦਿੰਦਾ ਹਾਂ। ਠੀਕ ਹੈ, ਚਲੋ। ਤਾਂ ਦੇਖੋ ਪਹਿਲਾਂ ਆਪਾਂ ਕੀ ਕੀਤਾ, ਫਸਟ ਜੋ ਆਪਣੇ ਕੋਲ ਆਪਾਂ ਨੂੰ ਡਿਫਰੈਂਸ਼ੀਅਲ ਇਕੁਏਸ਼ਨ ਗਿਵਨ ਸੀ ਸੈਕਿੰਡ ਆਰਡਰ ਦੀ, ਉਸ ਨੂੰ ਆਪਾਂ ਗਿਵਨ ਮਤਲਬ ਟੇਕ ਕਰ ਲਿਆ, ਉਹਨੂੰ ਨੰਬਰ 1 ਕਿਹਾ। ਫਿਰ ਉਹਨੂੰ ਸਟੈਂਡਰਡ ਫਾਰਮ ਨਾਲ ਕੰਪੇਅਰ ਕੀਤਾ ਤਾਂ px ਤੇ qx ਆਇਆ। ਠੀਕ ਹੈ, ਫਿਰ ਉਸ ਤੋਂ ਬਾਅਦ ਕੀ ਆਪਾਂ ਐਟ x ਇਜ਼ ਇਕੁਅਲ ਟੂ 0 ਮਤਲਬ x ਇਜ਼ ਇਕੁਅਲ ਟੂ 0 ਪੁਆਇੰਟ 'ਤੇ ਚੈੱਕ ਕੀਤਾ px qx ਐਗਜ਼ਿਸਟ ਕਰ ਰਹੇ ਨੇ, ਤਾਂ ਹੀ ਆਪਾਂ ਮਤਲਬ ਡਬਲ ਡੈਰੀਵੇਟਿਵ ਤੇ ਡੈਰੀਵੇਟਿਵ ਫਾਈਂਡ ਕਰਕੇ ਮਤਲਬ ਸੋਲਿਊਸ਼ਨ ਨਿਕਾਲੀਏ। ਕਿਉਂਕਿ ਮੰਨ ਲਓ ਜੇ ਆਪਾਂ ਡਬਲ ਡੈਰੀਵੇਟਿਵ ਵੀ ਨਿਕਾਲ ਲਿਆ, ਸੋਲਿਊਸ਼ਨ ਇਹਦਾ ਵੀ ਨਿਕਾਲ ਲਿਆ, y ਵੀ ਨਿਕਾਲ ਲਿਆ, ਮਤਲਬ ਇਹ ਤਿੰਨੋਂ ਸੀਰੀਜ਼ ਨੂੰ ਆਪਾਂ ਨਿਕਾਲ ਲਿਆ, ਐਡ ਕਰ ਲਈਏ ਤੇ ਪਤਾ ਚੱਲੇ ਕਿ px ਤੇ qx ਹੀ ਐਗਜ਼ਿਸਟ ਨਹੀਂ ਕਰਦੇ, ਹੈ ਨਾ। ਤਾਂ ਕਰਕੇ ਪਹਿਲਾਂ px ਤੇ qx ਨੂੰ ਆਪਾਂ ਟੇਕ ਕਰ ਲਿਆ, ਐਟ x ਇਜ਼ ਇਕੁਅਲ ਟੂ 0 ਤੇ ਚੈੱਕ ਕੀਤਾ ਕਿ ਪੁਆਇੰਟ ਆਰਡੀਨਰੀ ਹੈਗਾ ਹੈ ਜਾਂ ਨਹੀਂ, ਜਾਂ ਫਿਰ ਸਿੰਗੂਲਰ ਹੈ। ਠੀਕ ਹੈ, ਜੇ ਐਗਜ਼ਿਸਟ ਕਰੇਗਾ ਤਾਂ ਆਰਡੀਨਰੀ, ਜੇ ਐਗਜ਼ਿਸਟ ਨਹੀਂ ਕਰੇਗਾ ਤਾਂ ਸਿੰਗੂਲਰ। ਤਾਂ ਇਹ ਐਗਜ਼ਿਸਟ ਕਰ ਰਹੇ ਸੀ, ਇਸ ਕਰਕੇ ਆਪਾਂ ਕੀ ਸੋਲਿਊਸ਼ਨ ਲੈਟ ਕੀਤਾ। ਹਮੇਸ਼ਾ ਤੁਸੀਂ ਯਾਦ ਰੱਖਣਾ ਜਦੋਂ ਪੁਆਇੰਟ ਆਰਡੀਨਰੀ ਹੋਏਗਾ ਤਾਂ ਤੁਸੀਂ ਇਹ ਵਾਲਾ ਸੋਲਿਊਸ਼ਨ ਲੈਟ ਕਰਨਾ ਹੈ। ਠੀਕ ਹੈ, ਇਸ ਨੂੰ ਆਪਾਂ ਨੰਬਰ 2 ਕਿਹਾ। ਹੁਣ ਆਪਾਂ ਨੂੰ ਡਬਲ ਡੈਰੀਵੇਟਿਵ ਤੇ ਸਿੰਗਲ ਡੈਰੀਵੇਟਿਵ ਚਾਹੀਦਾ ਸੀ, y ਆਪਣੇ ਕੋਲ ਆ ਚੁੱਕਿਆ ਸੀ ਤਾਂ ਆਪਾਂ ਕੀ ਪਹਿਲਾਂ ਸਿੰਗਲ ਡੈਰੀਵੇਟਿਵ ਕੀਤਾ, ਉਸ ਨੂੰ ਨੰਬਰ 3 ਕਿਹਾ। ਤਾਂ 3 ਜਦੋਂ ਆਪਾਂ ਇਸ ਨੂੰ ਸਿੰਗਲ ਡੈਰੀਵੇਟਿਵ ਫਾਈਂਡ ਕੀਤਾ ਤਾਂ ਇਸ ਵਿੱਚ ਆਪਾਂ ਦੇਖਿਆ 0 ਜੋ ਪੁਆਇੰਟ ਹੈ ਨਾ n ਇਜ਼ ਇਕੁਅਲ ਟੂ 0, ਉਹ ਕੀ ਹੈ ਮਤਲਬ ਥੋੜਾ ਤੰਗ ਕਰ ਰਿਹਾ, ਆਪਾਂ ਉਸ ਨੂੰ ਬਾਹਰ ਕਰ ਦਿੱਤਾ, ਫਸਟ ਟਰਮ ਤੋਂ ਸ਼ੁਰੂ ਕੀਤਾ। ਫਿਰ ਆਪਾਂ ਕਿਹਾ ਕਿ ਐਵੇਂ ਕਿਵੇਂ ਕਿਸੇ ਨੂੰ ਬਾਹਰ ਕਰ ਸਕਦੇ ਹਾਂ, ਫਿਰ ਉਹਨੂੰ ਦੁਬਾਰਾ ਵਿੱਚ ਐਂਟਰ ਲਿਆਂਦਾ। ਤਾਂ ਇਸ ਤਰੀਕੇ ਨਾਲ ਉਹਨੂੰ ਐਂਟਰ ਕਰਵਾਇਆ ਕਿ ਉਹ ਆਪਾਂ ਨੂੰ ਖਰਾਬ ਨਾ ਕਰੇ। ਠੀਕ ਹੈ, ਮਤਲਬ ਉਹ ਡਸ ਨੋਟ ਐਗਜ਼ਿਸਟ ਨਾ ਹੋਏ। ਫਿਰ ਆਪਾਂ ਕੀ ਹੈ ਦੁਬਾਰਾ ਇਸ ਦਾ ਡੈਰੀਵੇਟਿਵ ਕਰ ਦਿੱਤਾ, ਕਿਸ ਦਾ, ਥਰਡ ਨੰਬਰ ਦਾ ਆਪਾਂ ਕੀ ਦੁਬਾਰਾ ਡੈਰੀਵੇਟਿਵ ਕੀਤਾ ਤਾਂ d ਸਕੁਅਰ y ਅਪੋਨ dx ਸਕੁਅਰ ਆ ਗਿਆ। ਹੁਣ ਇਸ ਦੇ ਵਿੱਚ ਵੀ ਪਹਿਲੇ ਦੋ ਜੋ ਟਰਮਾਂ ਸੀ ਉਹ ਤੰਗ ਕਰ ਰਹੀਆਂ ਸੀ, ਆਪਾਂ ਉਹਨਾਂ ਨੂੰ ਇੱਕ ਵਾਰੀ ਬਾਹਰ ਕੀਤਾ। ਠੀਕ ਹੈ, ਸਿੱਧਾ 2 ਤੋਂ ਆਪਾਂ ਸੀਰੀਜ਼ ਸ਼ੁਰੂ ਕਰਤੀ ਦੂਸਰੀ ਟਰਮ ਤੋਂ, ਤਾਂ 0 ਵਾਲੀ ਟਰਮ ਤੇ 1 ਵਾਲੀ ਟਰਮ ਨੂੰ ਵਾਪਸ ਲੈ ਕੇ ਆਉਣਾ ਸੀ, ਇਸ ਕਰਕੇ ਆਪਾਂ n ਨੂੰ n ਪਲੱਸ 2 ਪੁੱਟ ਕਰ ਦਿੱਤਾ। ਜਦੋਂ ਪੁੱਟ ਕੀਤਾ ਤਾਂ ਫਿਰ n 0 ਤੋਂ ਇਨਫਿਨਿਟੀ ਤੱਕ ਹੋ ਗਿਆ, ਮਤਲਬ ਸਾਰੀਆਂ ਸੀਰੀਜ਼ ਦੇ ਵਿੱਚ ਸਾਰੀਆਂ ਟਰਮਾਂ ਆ ਗਈਆਂ। ਅਤੇ ਆਪਾਂ ਜਦੋਂ n ਪਲੱਸ 2 ਪੁੱਟ ਕੀਤਾ ਤਾਂ ਆਪਣੀ ਸੀਕੁਐਂਸ ਇਸ ਤਰ੍ਹਾਂ ਦੀ ਬਣ ਗਈ ਕਿ ਇਸ ਦੇ ਵਿੱਚ 0 ਤੋਂ ਇਨਫਿਨਿਟੀ ਤੱਕ ਕੋਈ ਵੀ ਨੰਬਰ ਪੁੱਟ ਕਰੀਏ ਤਾਂ ਕਿ ਇਹ ਐਗਜ਼ਿਸਟ ਕਰੇ। ਠੀਕ ਹੈ, ਤਾਂ ਇੰਨਾ ਕੁਛ ਆਪਾਂ ਕਰ ਚੁੱਕੇ ਹਾਂ। ਹੁਣ ਆਪਣਾ ਕੰਮ ਕੀ ਹੈ, ਜੋ ਆਪਾਂ ਸਿੰਗਲ ਡੈਰੀਵੇਟਿਵ
ਡਬਲ ਡੈਰੀਵੇਟਿਵ ਤੇ y ਹੈ ਆਪਣਾ, ਉਸ ਨੂੰ ਆਪਾਂ ਕੀ ਕਰੀਏ ਆਪਣੀ ਫਸਟ ਦੇ ਵਿੱਚ ਫਿਲ ਕਰੀਏ। ਫਸਟ ਜੋ ਆਪਣੀ ਡਿਫਰੈਂਸ਼ੀਅਲ ਇਕੁਏਸ਼ਨ ਹੈ, ਜੋ ਗਿਵਨ ਡਿਫਰੈਂਸ਼ੀਅਲ ਇਕੁਏਸ਼ਨ ਹੈ, ਠੀਕ ਹੈ, ਉਸ ਦੇ ਵਿੱਚ ਆਪਾਂ ਕੀ ਪੁੱਟ ਕਰਦੇ ਹਾਂ। ਠੀਕ ਹੈ, ਚਲੋ ਤਾਂ ਮੈਂ ਇੱਕ ਵਾਰੀ ਕੀ ਹੈ ਇਕੁਏਸ਼ਨ ਲਿਖ ਦਿੰਦਾ ਹਾਂ, ਡੀ ਸਕੇਅਰ ਵਾਈ ਅਪੋਨ ਡੀ ਐਕਸ ਸਕੇਅਰ, ਠੀਕ ਹੈ, ਮਾਈਨਸ ਐਕਸ ਡੀ ਵਾਈ ਬਾਈ ਡੀ ਐਕਸ ਪਲੱਸ ਵਾਈ ਇਜ਼ ਇਕੁਅਲ ਟੂ 0। ਠੀਕ ਹੈ, ਇਹ ਆਪਣੀ ਨੰਬਰ 1 ਇਕੁਏਸ਼ਨ ਸੀ। ਹੁਣ ਇਸ ਦੇ ਵਿੱਚ ਜਦੋਂ ਆਪਾਂ ਡੀ ਸਕੇਅਰ ਵਾਈ ਅਪੋਨ ਡੀ ਐਕਸ ਸਕੇਅਰ ਦੀ ਵੈਲਿਊ ਪੁੱਟ ਕਰਦੇ ਹਾਂ ਤਾਂ ਇਹ ਆਪਣਾ ਡੀ ਸਕੇਅਰ ਵਾਈ ਅਪੋਨ ਡੀ ਐਕਸ ਸਕੇਅਰ an+2 n+1 ਇੰਟੂ n+2 x ਦੀ ਪਾਵਰ n। ਠੀਕ ਹੈ, ਤਾਂ ਆਪਾਂ ਇੱਥੇ ਪਹਿਲਾਂ ਉਹਨੂੰ ਲਿਖਾਂਗੇ, ਹਾਂਜੀ, ਡੀ ਸਕੇਅਰ ਵਾਈ ਅਪੋਨ ਡੀ ਐਕਸ ਸਕੇਅਰ ਦੀ ਵੈਲਿਊ ਕੀ ਆਏਗੀ n 0 ਤੋਂ ਇਨਫਿਨਿਟੀ an+2 n+1 ਇੰਟੂ n+2 x ਦੀ ਪਾਵਰ n। ਫਿਰ ਕੀ ਹੈ ਮਾਈਨਸ ਦਾ ਸਾਈਨ, ਮਾਈਨਸ ਦਾ ਸਾਈਨ ਇਸ ਤਰ੍ਹਾਂ ਹੀ n 0 ਤੋਂ ਇਨਫਿਨਿਟੀ dy ਬਾਈ dx। ਤਾਂ dy ਬਾਈ dx ਤੁਸੀਂ ਧਿਆਨ ਦਿਓਗੇ ਤਾਂ ਆਪਾਂ 4 ਨੰਬਰ ਵਾਲਾ ਫਿਲ ਕਰਨਾ ਹੈ। ਠੀਕ ਹੈ, dy ਬਾਈ dx ਤਾਂ an+1 n+1 x ਦੀ ਪਾਵਰ n। ਠੀਕ ਹੈ, ਸਮੇਸ਼ਨ an+1, ਠੀਕ ਹੈ, ਫਿਰ ਉਸ ਤੋਂ ਬਾਅਦ ਕੀ ਹੈ ਆਪਣੇ ਕੋਲ n+1, ਫਿਰ ਹੈ x ਦੀ ਪਾਵਰ n ਪਲੱਸ y। ਹੁਣ ਪਲੱਸ ਜੋ y ਆਪਾਂ ਲੈਟ ਕਰਿਆ ਸੀ, ਇਹ ਵਾਲਾ y ਦੀ ਵੈਲਿਊ ਲੈਟ ਕਰੀ ਸੀ ਨਾ 0 ਤੋਂ ਇਨਫਿਨਿਟੀ an x ਦੀ ਪਾਵਰ n। ਠੀਕ ਹੈ, n 0 ਤੋਂ ਇਨਫਿਨਿਟੀ an x ਦੀ ਪਾਵਰ n ਇਜ਼ ਇਕੁਅਲ ਟੂ 0। ਤਾਂ ਹੁਣ ਦੇਖੋ ਸਾਰਿਆਂ ਦੇ ਵਿੱਚ 0 ਤੋਂ ਇਨਫਿਨਿਟੀ ਤੱਕ ਟਰਮਸ ਹਨ ਸਾਰੀਆਂ ਸੀਰੀਜ਼ ਦੇ ਵਿੱਚ, ਹੈ ਨਾ, ਤੇ ਸਾਰੀਆਂ ਕੀ ਹੈ ਐਗਜ਼ਿਸਟ ਕਰ ਰਹੀਆਂ। ਇੱਕ ਚੀਜ਼ ਇੱਥੇ ਜੋ ਮੈਂ ਗਲਤੀ ਕਰਤੀ ਉਹ ਤੁਸੀਂ ਨਾ ਕਰਨਾ ਕਦੇ ਵੀ, ਕਿ ਆਪਾਂ ਸਾਈਨ ਤਾਂ ਮਾਈਨਸ ਦਾ ਲਗਾਤਾ ਪਰ x ਨੂੰ ਭੁੱਲ ਗਏ। ਤਾਂ ਇੱਥੇ ਹਮੇਸ਼ਾ ਜੋ ਵੀ x ਹੋਏਗਾ ਉਸ ਨੂੰ ਬਾਹਰ ਮਲਟੀਪਲਾਈ ਕਰਨਾ ਪਏਗਾ। ਜੇ x ਹੋਏਗਾ ਤਾਂ x ਸਕੇਅਰ ਹੋਏਗਾ ਤਾਂ x ਸਕੇਅਰ, 5x ਹੋਏਗਾ ਤਾਂ 5x। ਠੀਕ ਹੈ, ਤਾਂ ਉਹ ਨਾਲ ਹੀ ਚੱਲੇਗਾ। ਤਾਂ ਇਸ ਨੂੰ ਆਪਾਂ ਕੀ ਹੁਣ ਅੰਦਰ ਲੈ ਕੇ ਜਾਂਦੇ ਆ x ਨੂੰ, ਕਿਉਂਕਿ ਬਾਕੀ ਸਾਰੇ ਦੇਖੋ x ਅੰਦਰ ਹਨ ਤੇ ਵਿਚਾਰਾ ਇਕੱਲਾ ਹੀ ਬਾਹਰ ਹੈ, ਚੰਗਾ ਥੋੜੀ ਲੱਗਦਾ ਹੈ। ਤਾਂ ਆਪਾਂ ਇਸ ਨੂੰ ਕੀ ਅੰਦਰ ਲੈ ਜਾਂਦੇ ਆ, an+2 n+1 ਫਿਰ n+2 x ਦੀ ਪਾਵਰ n ਮਾਈਨਸ ਸਮੇਸ਼ਨ n ਇਜ਼ ਇਕੁਅਲ ਟੂ 0 ਤੋਂ ਇਨਫਿਨਿਟੀ an+1 n+1 x ਦੀ ਪਾਵਰ n। x ਅੰਦਰ ਮਲਟੀਪਲਾਈ ਹੋਇਆ ਹੈ, ਇੱਥੇ x ਦੀ ਪਾਵਰ n ਹੈ, ਇੱਥੇ x ਦੀ ਪਾਵਰ ਕਿੰਨੀ ਹੈ 1, ਤਾਂ n+1। ਠੀਕ ਹੈ, ਬਾਅਦ ਦੇ ਵਿੱਚ ਵਾਲੀ ਸੀਰੀਜ਼ ਵੀ ਇੱਦਾਂ ਹੀ ਆਪਾਂ ਲਿਖ ਦਾਂਗੇ an x ਦੀ ਪਾਵਰ n ਇਜ਼ ਇਕੁਅਲ ਟੂ 0। ਠੀਕ ਹੈ, ਹੁਣ ਆਪਾਂ ਕੀ ਹੈ ਡਿਫਰੈਂਸ਼ੀਅਲ ਇਕੁਏਸ਼ਨ ਸੀਰੀਜ਼ ਫਾਰਮ 'ਚ ਲਿਖ ਲਈ। ਹੁਣ ਇਹਦਾ ਸੋਲਿਊਸ਼ਨ ਕਿਵੇਂ ਨਿਕਾਲਣਾ ਹੈ? ਸੋਲਿਊਸ਼ਨ ਨਿਕਾਲਣ ਦਾ ਬੜਾ ਈਜ਼ੀ ਜਾਂ ਥੋੜਾ ਕੰਮ ਹੁੰਦਾ ਹੈ। ਆਪਾਂ ਕੀ ਹੈ ਕੋਫੀਸ਼ੀਐਂਟਸ ਨੂੰ ਕੀ ਹੈ ਕੰਪੇਅਰ ਕਰਨਾ ਹੈ। ਹੁਣ ਦੇਖੋ ਇੱਥੇ 0 ਹੈ ਨਾ, ਇੱਥੇ ਤੁਸੀਂ ਲੈਟ ਕਰੋ, ਇੱਥੇ ਕੋਈ ਸੀਰੀਜ਼ ਹੈ ਇੱਥੇ ਵੀ ਚੱਲ ਰਹੀ ਹੈ ਕੋਈ ਵੀ, ਹੈ ਨਾ, ਮੰਨ ਲਓ ਕੋਈ ਵੀ ਟਰਮ ਹੋ ਸਕਦੀ ਜਿਵੇਂ x ਦੀ ਪਾਵਰ 0, x ਦੀ ਪਾਵਰ 1, x ਦੀ ਪਾਵਰ 2, x ਦੀ ਪਾਵਰ 3। ਠੀਕ ਹੈ, ਬਟ ਡਿਫਰੈਂਸ ਕੀ ਹੈ ਇਹਨਾਂ ਦੇ ਕੋਫੀਸ਼ੀਐਂਟ ਅੱਗੇ 0 ਹੈ। ਹੁਣ 0 ਨਾਲ ਮੰਨ ਲਓ x ਦੀ ਪਾਵਰ 0 ਮਲਟੀਪਲਾਈ ਹੋ ਰਹੀ ਤਾਂ 0 ਬਣੇਗੀ, 0 ਇੰਟੂ x ਦੀ ਪਾਵਰ 1 ਨਾਲ ਮਲਟੀਪਲਾਈ ਹੋ ਰਿਹਾ ਤਾਂ ਉਹ ਕੀ ਹੈ 0 ਬਣੇਗਾ, ਤੇ 0 ਇੰਟੂ x ਸਕੇਅਰ ਨਾਲ ਕੁਛ ਮਲਟੀਪਲਾਈ ਕਰੋਗੇ ਤਾਂ 0 ਬਣੇਗਾ, ਪਲੱਸ 0 ਇੰਟੂ x ਕਿਊਬ ਮਲਟੀਪਲਾਈ ਕਰੋਗੇ ਤਾਂ 0 ਬਣੇਗਾ। ਉਸੇ ਤਰੀਕੇ ਨਾਲ ਹੀ ਇੱਧਰ ਆਪਾਂ ਕੀ ਹੈ ਕੰਪੇਅਰ ਕਰਾਂਗੇ। ਜਦੋਂ ਕੰਪੇਅਰ ਕਰਾਂਗੇ ਨਾ ਤੁਹਾਨੂੰ ਪੂਰੀ ਤਰ੍ਹਾਂ ਕਲੀਅਰ ਹੋ ਜਾਏਗਾ। ਇੱਕ ਵਾਰੀ ਮੈਂ ਇਸ ਨੂੰ ਕੀ ਅਰੇਜ਼ ਕਰ ਦਿੰਦਾ ਹਾਂ। ਹਾਂਜੀ, ਤਾਂ ਦੇਖੋ ਤੁਸੀਂ ਇੱਥੇ ਲਿਖਣਾ ਬਾਏ ਕੰਪੇਅਰਿੰਗ ਕੋਫੀਸ਼ੀਐਂਟਸ of various powers of x। ਠੀਕ ਹੈ, ਆਪਾਂ ਕੰਪੇਅਰ ਕਰਾਂਗੇ। ਤਾਂ ਦੇਖੋ ਪਹਿਲਾਂ ਆਪਾਂ ਕੀ ਲਿਖਾਂਗੇ ਕੰਪੇਅਰ x ਦੀ ਪਾਵਰ 0, ਤਾਂ x ਦੀ ਪਾਵਰ 0 ਵਾਲੀਆਂ ਟਰਮਾਂ ਆਪਾਂ ਕੰਪੇਅਰ ਕਰਦੇ ਹਾਂ। ਤੁਸੀਂ ਧਿਆਨ ਨਾਲ ਦੇਖੋ ਹੁਣ ਇੱਥੇ ਕਿ ਜਦੋਂ ਆਪਾਂ n ਨੂੰ 0 ਪੁੱਟ ਕਰਾਂਗੇ ਤਾਂ x ਦੀ ਪਾਵਰ ਇੱਥੇ 0 ਬਣ ਜਾਏਗੀ।
ठीक है। ਜਦੋਂ ਆਪਾਂ ਕੀ ਹੈ ਇੱਥੇ n ਨੂੰ 0 ਪੁੱਟ ਕਰਾਂਗੇ ਤਾਂ x ਦੀ ਪਾਵਰ 0 ਬਣ ਜਾਏਗੀ। ਤਾਂ ਆਪਾਂ ਕੀ ਹੈ ਇਹੀ ਤਾਂ ਲਿਖਿਆ ਕਿ ਆਪਾਂ x ਦੀ ਪਾਵਰ 0 ਵਾਲੀਆਂ ਜੋ ਟਰਮਾਂ ਹਨ ਉਹਨਾਂ ਨੂੰ ਆਪਾਂ ਕੀ ਹੈ ਕੰਪੇਅਰ ਕਰ ਰਹੇ ਹਾਂ। ਠੀਕ ਹੈ। ਤਾਂ ਜਦੋਂ ਆਪਾਂ x ਦੀ ਪਾਵਰ ਤੇ n ਦੀ ਜਗ੍ਹਾ ਤੇ 0 ਪੁੱਟ ਕਰਾਂਗੇ ਤਾਂ ਆਪਣੇ ਕੋਲ ਇੱਥੇ ਕੀ ਬਣੇਗਾ a n ਨੂੰ 0 ਪੁੱਟ ਕਰ ਰਹੇ ਹਾਂ a 0 + 2 यानी कि a2। ठीक है। फिर उस तो बाद इत्थे n ਨੂੰ ਵੀ ਇੱਥੇ ਵੀ 0 ਪੁੱਟ ਕਰਨਾ ਹੈ ਕਿਉਂਕਿ x ਦੀ ਪਾਵਰ ਮੇਨ 0 ਬਣਾਉਣੀ ਹੈ। ਤਾਂ x ਦੀ ਪਾਵਰ 0 ਬਣਾਉਣ ਵਾਸਤੇ ਆਪਾਂ ਨੂੰ ਕੀ ਕਰਨਾ ਪਏਗਾ n ਨੂੰ 0 ਪੁੱਟ ਕਰਨਾ ਪਏਗਾ। ਤਾਂ ਆਪਾਂ ਸਾਰਿਆਂ 'ਚ ਫਿਰ n ਨੂੰ 0 ਪੁੱਟ ਕਰਾਂਗੇ ਨਾ a 0 + 2 a2 ਇੱਥੇ ਕੀ ਆਏਗਾ 0 + 1 यानी कि 1 0 + 2 यानी कि 2। ठीक है। ਹੁਣ ਨੈਕਸਟ ਸੀਰੀਜ਼ 'ਚ ਆਓ ਮਾਈਨਸ ਦਾ ਸਾਈਨ। ਹੁਣ ਨੈਕਸਟ ਸੀਰੀਜ਼ 'ਚ ਤੁਸੀਂ ਦੇਖੋਗੇ ਆਪਾਂ n ਨੂੰ 0 ਘੱਟ ਤੋਂ ਘੱਟ 0 ਪੁੱਟ ਕਰ ਸਕਦੇ ਹਾਂ। -1 -2 ਨਹੀਂ ਪੁੱਟ ਕਰ ਸਕਦੇ। ਆਪਣੇ ਕੋਲ ਟਰਮਸ 0 ਤੋਂ ਇਨਫਿਨਿਟੀ ਤੱਕ ਨੇ। ਠੀਕ ਹੈ। ਤਾਂ ਇੱਥੇ 0 ਪੁੱਟ ਕਰਦੇ ਤਾਂ x ਦੀ ਪਾਵਰ 1 ਬਣਦੀ ਹੈ। ਠੀਕ ਹੈ। x ਦੀ ਪਾਵਰ ਕੀ ਬਣਦੀ ਹੈ 1 यानी कि x ਦੀ ਪਾਵਰ 0 ਵਾਲੀ ਇੱਥੇ ਕੋਈ ਟਰਮ ਹੀ ਨਹੀਂ ਹੈ। ਤਾਂ ਟਰਮ ਹੀ ਨਹੀਂ ਹੈ ਤਾਂ ਇੱਥੇ ਕੀ ਆਏਗਾ 0। ਆਪਾਂ ਕਹਾਂਗੇ ਇੱਥੇ ਕੀ ਹੈ ਕੋਈ ਟਰਮ ਹੀ ਨਹੀਂ ਹੈ। ਤਾਂ ਆਹ ਧਿਆਨ ਰੱਖਣਾ x ਨੂੰ ਅੰਦਰ ਲੈ ਕੇ ਜਾਣਾ ਹੈ। ਜਦੋਂ x ਨੂੰ ਮੈਂ ਅੰਦਰ ਲੈ ਕੇ ਗਿਆ ਤਾਂ ਇੱਥੇ x ਦੀ ਪਾਵਰ n + 1 ਬਣੀ ਸੀ। ਠੀਕ ਹੈ। ਹੁਣ ਸੇਮ ਇੱਥੇ ਹੁਣ ਇੱਥੇ ਤਾਂ x ਦੀ ਪਾਵਰ n ਹੈ ਤੇ n 0 ਟਰਮ ਹੀ ਹੈ ਆਪਣੇ ਕੋਲ ਤਾਂ ਆਪਾਂ 0 ਪੁੱਟ ਕਰ ਦਿੰਦੇ ਹਾਂ। ਤਾਂ 0 ਪੁੱਟ ਕਰਾਂਗੇ ਤੇ ਕੀ ਆਏਗਾ a0 x ਦੀ ਪਾਵਰ 0 ਤਾਂ ਆਪਾਂ ਲੈਣੀ ਨਹੀਂ ਕਿਉਂਕਿ ਆਪਾਂ ਕੀ ਹੈ ਕੋਫੀਸ਼ੀਐਂਟਸ ਟੇਕ ਕਰਨੇ ਹਨ ਕੋਫੀਸ਼ੀਐਂਟਸ ਕੰਪੇਅਰ ਕਰਨੇ ਹਨ। ਹੁਣ ਦੂਸਰੀ ਸਾਈਡ ਵੇਖੋ ਦੂਸਰੀ ਸਾਈਡ x ਦੀ ਪਾਵਰ 0 0 × x ਦੀ ਪਾਵਰ 0 0 ਤਾਂ ਆਪਾਂ ਕਹਾਂਗੇ ਸਾਹਮਣੇ ਵੀ ਕੀ ਹੈ ਸਾਡੇ ਕੋਲ 0 ਹੈ। ਠੀਕ ਹੈ। ਤਾਂ ਮੇਰੇ ਕੋਲ ਜਦੋਂ x ਦੀ ਪਾਵਰ 0 ਨੂੰ ਕੰਪੇਅਰ ਕੀਤਾ ਮੇਰੇ ਕੋਲ ਕੀ ਆ ਗਿਆ 2a2 - a0 = 0। ਇੱਥੋਂ ਮੈਂ ਕੀ ਕਹਾਂਗਾ ਕਿ ਆ ਜੋ ਇਕੁਏਸ਼ਨ ਹੈ 2a2 - a0 = 0 ਇੱਥੋਂ ਮੇਰੇ ਕੋਲ a2 ਦੀ ਵੈਲਿਊ ਕੀ ਆ ਜਾਏਗੀ ਸੌਰੀ a0 ਪਲੱਸ ਦਾ ਹੈ ਮਾਈਨਸ ਦਾ 0 ਸੀ a0 ਪਲੱਸ ਦਾ ਸੀ ਤਾਂ ਇੱਥੇ ਪਲੱਸ ਆਏਗਾ। ਠੀਕ ਹੈ। 2a2 + a0 = 0 ਤਾਂ a0 ਉਧਰ ਜਾ ਕੇ ਕੀ ਹੋ ਜਾਏਗਾ ਮਾਈਨਸ ਦਾ a0। ਠੀਕ ਹੈ। 2 ਇੱਧਰ ਮਲਟੀਪਲਾਈ 'ਚ ਉਧਰ ਜਾ ਕੇ ਕੀ ਹੋ ਜਾਏਗਾ ਡਿਵਾਈਡ ਵਿੱਚ। ਠੀਕ ਹੈ। ਤਾਂ a2 ਦੀ ਮੇਰੇ ਕੋਲ ਵੈਲਿਊ ਕੀ ਆ ਗਈ -a0/2। ਹੁਣ ਇਸੇ ਤਰ੍ਹਾਂ ਹੀ ਮੈਂ ਫਿਰ ਕੰਪੇਅਰ ਕਰਾਂਗਾ ਕੰਪੇਅਰ x ਦੀ ਪਾਵਰ 1। ਠੀਕ ਹੈ। x ਦੀ ਪਾਵਰ ਜਦੋਂ 1 ਨੂੰ ਹੁਣ ਕੰਪੇਅਰ ਕਰਨਾ ਹੈ ਤਾਂ ਤੁਸੀਂ ਧਿਆਨ ਨਾਲ ਦੇਖੋ x ਦੀ ਪਾਵਰ 1 ਬਣਾਉਣੀ ਹੈ ਇੱਥੇ x ਦੀ ਪਾਵਰ ਕੀ ਹੈ 1 ਬਣਾਉਣੀ ਹੈ। ਤਾਂ 1 ਬਣਾਉਣ ਵਾਸਤੇ n ਨੂੰ 1 ਪੁੱਟ ਕਰਨਾ ਪਏਗਾ। n ਨੂੰ ਮੈਂ 1 ਪੁੱਟ ਕਰ ਸਕਦਾ ਕਿਉਂਕਿ ਟਰਮਾਂ 0 ਤੋਂ ਇਨਫਿਨਿਟੀ ਤੱਕ ਨੇ ਤਾਂ ਵਿੱਚ 1 ਵੀ ਤਾਂ ਆਉਂਦੀ ਹੀ ਹੈ। ਤਾਂ ਜਦੋਂ ਮੈਂ ਇੱਥੇ 1 ਪੁੱਟ ਕਰਾਂਗਾ ਤਾਂ n ਨੂੰ ਮਤਲਬ ਕਿ 1 ਪੁੱਟ ਕਰਨਾ ਪੈਣਾ a1 + 2 यानी कि a3 1 + 1 यानी कि 2 1 + 2 यानी कि 3। ठीक है। ਮਾਈਨਸ ਹੁਣ ਦੇਖੋ ਹੁਣ ਇੱਥੇ ਕੀ ਹੈ ਇੱਥੇ ਹੁਣ ਟਰਮ 0 ਨਹੀਂ ਬਣੇਗੀ ਕਿਉਂ ਕਿਉਂਕਿ ਆਪਣੇ ਕੋਲ n 0 ਹੈ। ਆਪਾਂ x ਦੀ ਪਾਵਰ 1 ਬਣਾਉਣੀ ਹੈ। ਇੱਥੇ x ਦੀ ਪਾਵਰ 1 ਕਿਵੇਂ ਬਣੇਗੀ ਜਦੋਂ ਮੈਂ n ਨੂੰ 0 ਪੁੱਟ ਕਰਾਂਗਾ ਤਾਂ 0 ਨੂੰ ਮੈਂ ਕੀ ਹੈ 1 n ਨੂੰ ਮੈਂ ਕੀ ਹੈ 0 ਪੁੱਟ ਕਰ ਸਕਦਾ ਹਾਂ। ਦੇਖੋ n + 1 ਹੈ ਮੈਂ ਇਸ ਨੂੰ 1 ਬਣਾਉਣਾ ਤਾਂ n ਨੂੰ ਮੈਂ 0 ਪੁੱਟ ਕਰਾਂਗਾ ਤਾਂ 0 + 1 = 1। ਤਾਂ ਇਸ ਕਰਕੇ ਮੈਂ n ਨੂੰ ਕੀ ਹੈ ਇੱਥੇ 0 ਪੁੱਟ ਕਰਾਂਗਾ। ਇਹ ਕਨਫਿਊਜ਼ਨ 'ਚ ਨਾ ਰਹਿਣਾ ਕਿ ਹਰ ਜਗ੍ਹਾ 'ਤੇ ਆਪਾਂ ਕੀ ਹੈ 0 ਪੁੱਟ ਕਰਾਂਗੇ ਜਾਂ 1 ਪੁੱਟ ਕਰਾਂਗੇ ਤਾਂ ਇਹ ਦੇਖਣਾ ਪਏਗਾ x ਦੀ ਪਾਵਰ ਆਪਾਂ ਜੋ ਬਣਾਉਣੀ ਹੈ ਉਹ ਕਿਵੇਂ ਬਣੇਗੀ। ਠੀਕ ਹੈ। ਤਾਂ ਜਦੋਂ ਮੈਂ ਇੱਥੇ n ਨੂੰ 0 ਪੁੱਟ ਕਰਾਂਗਾ ਤਾਂ x ਦੀ ਪਾਵਰ 1 ਆ ਜਾਏਗੀ। ਤਾਂ ਇੱਥੇ ਕੀ ਹੈ ਮੇਰੇ ਕੋਲ ਕੀ ਆਏਗਾ a 0 + 1 1 यानी कि a1 ਆ ਗਿਆ 0 + 1 ਇੱਥੇ ਵੀ 1 ਆ ਗਿਆ x ਦੀ ਪਾਵਰ 0 + 1 x ਦੀ ਪਾਵਰ 1 ਪਰ ਉਹ ਆਪਾਂ ਨਹੀਂ ਲਿਖਣੀ ਕਿਉਂ ਕਿਉਂਕਿ ਆਪਾਂ ਕੋਫੀਸ਼ੀਐਂਟਸ ਕੰਪੇਅਰ ਕਰ ਰਹੇ ਹਾਂ। ਠੀਕ ਹੈ। ਹੁਣ ਲਾਸਟ ਤੇ ਦੇਖੋ a ਵਾਲੀ ਜੋ ਟਰਮ ਹੈ ਪਲੱਸ ਦਾ ਸਾਈਨ ਹੁਣ ਇੱਥੇ x ਦੀ ਪਾਵਰ 1 ਬਣਾਉਣੀ ਤਾਂ n ਨੂੰ ਕੀ ਹੈ ਸਿੰਪਲ 1 ਪੁੱਟ ਕਰਾਂਗੇ ਤਾਂ ਕੀ ਆਏਗਾ a1 = 0। ਠੀਕ ਹੈ। ਹੁਣ ਦੇਖੋ ਇਹ ਮਾਈਨਸ ਦਾ a1 ਹੈ ਇਹ ਪਲੱਸ ਦਾ a1 ਹੈ ਮਾਈਨਸ ਦਾ a1 ਤੇ ਪਲੱਸ ਦਾ a1 ਕੱਟੇ ਗਏ ਤੇ ਮੇਰੇ ਕੋਲ ਇੱਧਰ ਕੀ ਬਚ ਗਿਆ 3 × 2 6 a3 = 0। ਤਾਂ ਇੱਥੋਂ ਕੀ ਹੈ a3 ਦੀ ਵੈਲਿਊ 0 ਆ ਗਈ। ਠੀਕ ਹੈ। a3 ਦੀ ਵੈਲਿਊ 0 ਆ ਗਈ। ਹੁਣ ਨੈਕਸਟ ਕੰਪੇਅਰ ਕਰਦੇ ਆਪਾਂ
ਕੰਪੇਅਰ x ਦੀ ਪਾਵਰ 2। ਹੁਣ ਦੇਖੋ x ਦੀ ਪਾਵਰ 2 ਬਣਾਉਣੀ ਹੈ ਤਾਂ n ਨੂੰ 2 ਪੁੱਟ ਕਰਾਂਗੇ। a 2 + 2 4, 2 + 1 3, 2 + 2 4। ਹੁਣ ਤੁਸੀਂ ਇੱਥੇ ਸਮਝ ਗਏ ਹੋਵੋਗੇ ਕਿ ਇੱਥੇ ਇੱਕ ਸੀਕੁਐਂਸ ਚੱਲ ਰਹੀ ਹੈ a 2 3 4 1 2 3 2 3 4। ਹਾਂ, ਇੱਦਾਂ ਵੀ ਤੁਸੀਂ ਇਸ ਨੂੰ ਕੀ ਹੈ ਯਾਦ ਰੱਖ ਸਕਦੇ ਹੋ, ਉੱਥੇ ਟਾਈਮ ਬਚੇਗਾ। ਠੀਕ ਹੈ, ਬਟ ਇਹ ਗੱਲ ਯਾਦ ਰੱਖਣਾ, ਆਹ ਦੇਖੋ ਜਿਵੇਂ ਇੱਥੇ 0 ਸੀ ਫਿਰ a1 ਆਇਆ, ਤਾਂ ਇਸ ਤਰ੍ਹਾਂ ਦੀ ਕੋਈ ਮਿਸਟੇਕ ਨਾ ਕਰਨਾ ਕਿ ਤੁਸੀਂ ਮੰਨ ਲਓ ਇੱਥੇ x1 ਤੋਂ ਬਾਅਦ ਸਿੱਧਾ x3 ਨੂੰ ਕੰਪੇਅਰ ਕਰ ਰਹੇ ਹੋ, ਫਿਰ ਮਿਸਟੇਕ ਹੋਏਗੀ। ਠੀਕ ਹੈ, ਨਹੀਂ ਤਾਂ ਦੇਖੋ ਇੱਥੋਂ 0 ਸੀ, ਹੁਣ a1 ਹੈ, ਹੁਣ ਇੱਥੇ a2 ਹੀ ਆਏਗਾ। ਕਿਉਂ? ਕਿਉਂਕਿ ਆਪਾਂ x ਦੀ ਪਾਵਰ 2 ਬਣਾਉਣੀ ਹੈ। 2 ਬਣਾਉਣ ਵਾਸਤੇ n ਨੂੰ ਕੀ ਪੁੱਟ ਕਰਨਾ ਪਏਗਾ 1, x1 + 1 x ਦੀ ਪਾਵਰ 2 ਹੋ ਜਾਏਗੀ। ਠੀਕ ਹੈ, ਇਹਨੂੰ ਬਾਹਰ ਕਰੋ ਕਿਉਂਕਿ ਆਪਾਂ ਇਹਦੇ ਕੋਫੀਸ਼ੀਐਂਟ ਚਾਹੀਦੇ ਨੇ, x ਨਹੀਂ ਆਪਾਂ ਨੂੰ ਚਾਹੀਦਾ। ਤਾਂ ਆਪਾਂ ਕੀ ਕੀਤਾ, x ਨੂੰ 1 ਪੁੱਟ ਕਰ ਰਹੇ ਹਾਂ। a1 + 1 a2, ਇੱਥੇ n + 1 ਨੇ 1 + 1 2। ਠੀਕ ਹੈ, a1 ਸੀ a2 ਆ ਗਿਆ, ਇੱਥੇ 1 ਸੀ ਇੱਥੇ 2 ਆ ਗਿਆ। ਠੀਕ ਹੈ, ਪਲੱਸ ਦਾ ਸਾਈਨ। ਹੁਣ ਦੇਖੋ x ਦੀ ਪਾਵਰ 2 ਬਣਾਉਣੀ ਹੈ ਤਾਂ n ਨੂੰ 2 ਪੁੱਟ ਕਰਨਾ ਪਏਗਾ a2। ਇੱਥੇ ਕੀ ਹੈ a0 ਸੀ, ਫਿਰ a1 ਆਇਆ, ਹੁਣ ਕੀ ਆਇਆ a2 = 0, ਕਿਉਂਕਿ ਸਾਹਮਣੇ ਤਾਂ 0 ਹੀ ਹੈ ਟਰਮ ਦੇ ਸਾਹਮਣੇ ਤਾਂ 0 × x ਦੀ ਪਾਵਰ 0, 0 × x ਦੀ ਪਾਵਰ 1। ਠੀਕ ਹੈ, ਪਲੱਸ 0 × x ਦੀ ਪਾਵਰ 2। ਠੀਕ ਹੈ, ਪਲੱਸ 0 × x ਦੀ ਪਾਵਰ 3, ਇੱਦਾਂ ਹੀ ਚੱਲ ਰਿਹਾ। ਠੀਕ ਹੈ, ਹੁਣ ਇੰਨਾ ਆਪਾਂ ਜਦੋਂ ਕਰ ਚੁੱਕੇ ਹਾਂ ਤਾਂ ਅੱਗੇ ਆਪਾਂ ਕੀ ਕਰਨਾ, ਸਿੰਪਲ ਦੇਖੋ a2 ਇੱਥੇ ਵੀ ਹੈ a2 ਇੱਥੇ ਵੀ ਹੈ, ਇਹ ਮਾਈਨਸ ਦਾ ਇਹ ਪਲੱਸ ਦਾ, ਪਰ ਇਹ 2 ਵਾਰੀ ਹੈ ਇਹ 1 ਵਾਰੀ ਹੈ, ਯਾਨੀ ਕਿ ਆਪਣੇ ਕੋਲ ਕੀ ਬਚੇਗਾ 4 × 12 a4 ਮਾਈਨਸ ਦਾ 2a2। ਇੱਥੇ ਦੇਖੋ ਮਾਈਨਸ ਦਾ 2a2 ਪਲੱਸ ਦਾ a2, ਇਹ ਕੀ ਬਚ ਜਾਏਗਾ ਮਾਈਨਸ ਦਾ a2। ਠੀਕ ਹੈ, 2 ਵਿੱਚੋਂ 1 ਗਿਆ, ਇੱਕ ਜਿੰਦਾ ਜਿਹੜਾ ਨੰਬਰ ਵੱਡਾ ਸੀ ਉਹਦੇ ਵਾਲਾ ਸਾਈਨ ਲੱਗੇਗਾ, ਕਿਉਂਕਿ ਮਾਈਨਸ ਵਾਲਾ ਨੰਬਰ ਵੱਡਾ ਸੀ ਤਾਂ ਸਾਈਨ ਮਾਈਨਸ ਦਾ ਲੱਗੇਗਾ। ਤਾਂ ਆਪਾਂ ਕੀ ਲਿਖਾਂਗੇ -a2 = 0। ਠੀਕ ਹੈ, ਤਾਂ ਇਸ ਨੂੰ ਮੈਂ ਫਿਰ ਕੀ ਲਿਖਾਂਗਾ, a2 ਉੱਧਰ ਜਾ ਕੇ ਕੀ ਹੋ ਜਾਏਗਾ ਪਲੱਸ ਦਾ, a4 = a2 ਇੱਥੇ ਮਾਈਨਸ ਦਾ ਤਾਂ ਉੱਧਰ ਜਾ ਕੇ a2 ਕੀ ਹੋ ਜਾਏਗਾ ਪਲੱਸ ਦਾ ਹੋ ਜਾਏਗਾ। a2 ਬਟੇ ਦੇ ਵਿੱਚ ਦੇਖੋ 12 ਕੀ ਉੱਧਰ ਬਟੇ ਦੇ ਵਿੱਚ ਚਲਾ ਜਾਏਗਾ, a2/12। ਤਾਂ a4 ਦੀ ਮੇਰੇ ਕੋਲ ਵੈਲਿਊ ਆ ਗਈ। ਠੀਕ ਹੈ, ਤੁਸੀਂ ਕੀ ਕਰਨਾ ਹੈ, ਕੋਸ਼ਿਸ਼ ਕਰਨੀ ਹੈ ਘੱਟ ਤੋਂ ਘੱਟ 4 ਤੁਸੀਂ ਪਾਵਰਾਂ ਦਾ ਆਨਸਰ ਨਿਕਾਲਣਾ ਹੈ। 4 ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਹਨ। ਠੀਕ ਹੈ, ਜਿਵੇਂ 0 ਨਹੀਂ ਕਾਊਂਟ ਕਰਨੀ, ਮਤਲਬ a2 ਆ ਗਿਆ, a4 ਕੋਈ ਨੰਬਰ ਆ ਗਿਆ, ਐਵੇਂ ਇੱਕ ਹੋਰ ਤੇ ਇੱਕ ਹੋਰ ਆਪਾਂ ਨਿਕਾਲਣੀ ਹੈ। ਹੁਣ ਸਿੰਪਲ ਇੱਕ ਧਿਆਨ ਦਿਓ, ਇੱਕ ਮਿੰਟ। ਹਾਂਜੀ, ਤਾਂ ਸਿੰਪਲ ਆਪਾਂ ਹੁਣ ਇੱਕ ਚੀਜ਼ ਹੋਰ ਧਿਆਨ ਨਾਲ ਦੇਖਦੇ ਹਾਂ ਕਿ ਮੈਂ ਕੰਪੇਅਰ ਕਰਦਾ ਮੰਨ ਲਓ x ਦੀ ਪਾਵਰ 3 ਨੂੰ। ਠੀਕ ਹੈ, ਹੁਣ ਦੇਖੋ x ਦੀ ਪਾਵਰ 3 ਬਣਾਉਣੀ ਹੈ, ਇੱਥੇ ਪਹਿਲਾਂ ਕੀ ਹੈ n ਨੂੰ 3 ਪੁੱਟ ਕਰਾਂਗੇ ਤਾਂ ਇਹ ਤਾਂ ਸੇਮ ਹੀ ਲਿਖ ਸਕਦੇ ਆਪਾਂ a5। 3 ਤੋਂ ਬਾਅਦ ਕੀ ਆਏਗਾ 4 ਆ ਜਾਏਗਾ, 4 ਤੋਂ ਬਾਅਦ ਕੀ ਆ ਜਾਏਗਾ 5 ਆ ਜਾਏਗਾ। ਠੀਕ ਹੈ, ਮਾਈਨਸ ਹੁਣ ਦੇਖੋ a2 ਆਇਆ, ਹੁਣ ਇੱਥੇ ਮੇਰੇ ਕੋਲ ਕੀ ਆ ਜਾਏਗਾ a3 ਆ ਜਾਏਗਾ। ਠੀਕ ਹੈ, ਆਪਾਂ ਕੀ ਬਣਾਉਣੀ ਹੈ x³ ਬਣਾਉਣਾ ਹੈ, ਤਾਂ ਇੱਥੇ 2 ਪੁੱਟ ਕਰਾਂਗੇ ਤਾਂ a2 + 1 3, 2 + 1 3, ਯਾਨੀ ਕਿ ਉਵੇਂ ਸੀਕੁਐਂਸ ਦੇ ਹਿਸਾਬ ਨਾਲ ਪਲੱਸ। ਹੁਣ ਦੇਖੋ ਇੱਥੇ ਥੋੜ੍ਹਾ ਕੀ ਆਪਾਂ ਨੂੰ ਧਿਆਨ ਦੇਣਾ ਪਏਗਾ ਕਿ ਆਪਣੇ ਕੋਲ ਇੱਥੇ a3 ਆ ਚੁੱਕਿਆ ਹੈ, ਇੱਥੇ ਵੀ ਆਪਾਂ ਕੀ ਹੈ an ਹੈ, ਤਾਂ ਆਪਾਂ x ਦੀ ਪਾਵਰ 3 ਬਣਾਉਣ ਵਾਸਤੇ a3 ਇੱਥੇ ਵੀ ਕਰਨਾ ਪਏਗਾ, a1 a2 a3 ਆਏਗਾ। ਬਟ ਤੁਸੀਂ ਧਿਆਨ ਨਾਲ ਦੇਖੋ ਤਾਂ ਆਪਾਂ a3 ਦੀ ਵੈਲਿਊ ਨਿਕਾਲ ਚੁੱਕੇ ਹਾਂ, ਜਿਹਦੀ ਵੈਲਿਊ ਕੀ ਹੈ 0 ਆਈ ਸੀ ਆਪਣੇ ਕੋਲ। ਠੀਕ ਹੈ, ਜਿਹਦੀ ਵੈਲਿਊ ਕਿ ਆਪਣੇ ਕੋਲ 0 ਆਈ ਸੀ, ਤਾਂ ਇਹ ਵੀ 0 ਤੇ ਇਹ ਵੀ 0 ਨਾ ਹੋ ਜਾਣਗੇ। ਠੀਕ ਹੈ, ਇਹ ਵੀ 0 ਤੇ ਇਹ ਵੀ 0, ਇਕੱਲਾ ਕੀ ਬਚ ਗਿਆ a5, 5 ਚੌਕਾ 20 a5 20 a5 ਪਲੱਸ 0 = 0, ਯਾਨੀ ਕਿ a5 ਦੀ ਵੈਲਿਊ ਕੀ ਆ ਗਈ 0 ਆ ਗਈ। ਠੀਕ ਹੈ, ਹੁਣ ਤੁਸੀਂ ਕਹੋਗੇ ਆਪਾਂ ਇੱਥੇ a3 ਦੀ ਵੈਲਿਊ ਭਰਤੀ, ਇੱਥੇ a3 ਦੀ a2 ਦੀ ਵੈਲਿਊ ਵੀ ਪਾ ਸਕਦੇ ਹਾਂ। ਹਾਂਜੀ ਬਿਲਕੁਲ, ਆਪਾਂ ਇੱਥੇ a2 ਦੀ ਵੈਲਿਊ ਭਰਾਂਗੇ ਜ਼ਰੂਰ। a4 = a2 ਦੀ ਵੈਲਿਊ ਕੀ ਸੀ -a0/2 -a0/2। ਹੁਣ ਨੀਚੇ 12 ਹੈ ਤੇ 2 ਵੀ ਨੀਚੇ ਹੈ, ਯਾਨੀ ਕਿ ਨੀਚੇ ਕੀ ਆ ਜਾਏਗਾ 24। ਠੀਕ ਹੈ, ਹਾਂਜੀ, ਤਾਂ ਤੁਸੀਂ ਆ ਜੋ ਸਟੈਪ ਹੈ ਇਸ ਤੋਂ ਨੈਕਸਟ ਸਟੈਪ ਇਹੀ ਬਣਾਉਣਾ ਹੈ ਕਿ
जो A2 है उसकी वैल्यू पुट कर देनी है। ठीक है, तो अपने कोल A2 A3 A4 A5 तक की वैल्यूज़ आ गई। एक वैल्यू होर निकाल लेंगे आप A6 की, लास्ट वन। ठीक है, उस तो बाद आप इन्हों सिर्फ पुट करांगे अपने सोल्यूशन के विच। कंपेयर x की पावर 4, तो x की पावर 4 में जो आप कंपेयर किया तो इतने कि सिंपल सीक्वेंस चल रही है, A5 तो A6 बन जाएगा, 4 तो 5 आ जाएगा, 5 तो 6 आ जाएगा। बट एक गल याद रखना, ये जो सीक्वेंस है ना, ये बड़ी सिंपल अपने को सैकेंड ऑर्डर की सैकेंड डिग्री की जो डिफरेंशियल इक्वेशन है। बट जो हाई ऑर्डर की आएगी ना, तो फिर अपन थोड़ी दिक्कत होएगी, फिर इसका मतलब नहीं चलना काम, फिर ध्यान देना पेगा, कई बार मिसटेक हो जाती है। ठीक है, बट सौखे क्वेश्चन के लिए तुम इदा कर सकते हो। ਹੁਣ माइनस इतने फिर अपन पता है A4 आएगा इंटू 4 आएगा। ठीक है, प्लस अपन पता है इतने हम की आएगा A4 आएगा। ठीक है, A4 की अपने को वैल्यू है, लास्ट से आप पुट करा, पर इतने देखो इतने की है -4 A4 प्लस का A4, यानी कि माइनस का 3 A4 बच गया, माइनस का 3 A4 बच गया, तो अगे अपने को 5 इंटू 6 यानी कि 30 A6, 30 A6 माइनस 3 A4 इज इक्वल टू 0। फिर अगे इसनों आप जो सोल्व करांगे तो अपने A6 की वैल्यू की आ जाएगी, A6 की वैल्यू आ जाएगी 3 उधर जाके की हो जाएगा प्लस का, 3 उधर जाके की हो जाएगा प्लस का हो जाएगा 3, बट ये अपने की है 10 आ जाएगा, सॉरी 30 आ जाएगा, नाल की है इतने उपर A4 आएगा। हुण मैं इतने उपर A4 लिखण की बजाय A4 की वैल्यू इतने फिल कर देंदा हाँ, -A0/24, -A0/24, यानी कि मेरे को वैल्यू की आ गई, जेकर मैं इसनों कट करा तो एक ही आ गया 10, 1/10, तो -A0/10 इंटू 24 240, तो ये मेरा की है A6 की वैल्यू आ गई। ठीक है, चलो हुण आपां की है कोफिशिएंट कंपेयर कर चुके हैं, हुण इन्हों सिर्फ की है वैल्यूज़ के विच पुट करना है। वैसे तो ये लगातार चलते रहते हैं कोफिशिएंट इनफिनिटी तक, जिन्ने तक, क्योंकि एन की पावर की है 0 तो इनफिनिटी तक चलेगी, एक्स की पावर n है तो n 0 तो इनफिनिटी तक चलेगी, तो ये इन्नियां सारिया टर्म्स के ऐड हो रही हैं। समेशन का मतलब यही होंदा है जोड़ना, पर आप सीधा लिखांगे इत्थे की है सो ऑन, आप अगर लिख देंगे एंड सो ऑन, जो इन्नियां निकाल लेने तो बाद एंड सो ऑन लिख देंगे। हुण बस लास्ट स्लाइड पर अपना जो काम की है वो ये करना है कि आप सोल्यूशन के इन्होंने पुट करना है। हुण तुसीं कहोगे सर सोल्यूशन की है, सोल्यूशन देखो आप मन्निया सी ना, लैट सोल्यूशन ऑफ 1 बी y इज इक्वल टू ए वाला सारी सीक्वेंस। हुण यही सीक्वेंस दे विच आपां की है वैल्यूज़ पुट करनियां हन, ये जो वैल्यूज़ निकाले हैं ना इस सीक्वेंस दे विच y इज इक्वल टू समेशन n इज इक्वल टू 0 तो इनफिनिटी an x की पावर n। तो मैं जो इसनों ओपन करता हाँ तो मेरे को बनेगा, पहला 0 पुट करदा तो A0 x की पावर 0। ठीक है, फिर प्लस A1 x की पावर 1 प्लस A2 x की पावर 2 प्लस A3 x की पावर 3 प्लस A4 x की पावर 4। आप 4 तक निकालिया ने ना, आप कंपेयर x की पावर 4 तक कीते सी कोफिशिएंट कंपेयर, तो आप अगे वाली नहीं लिखांगे। ठीक है, हुण सिंपल x0 तो 1 हो गया, यानी कि A0 का तो A0 रहेगा। ठीक है, हुण देखो आप सारिया टर्मां की वैल्यूज़ ना A0 के विच निकालीए, वेखो A2 की भी A0 के विच, A4 की भी A0 के विच, A6 की भी A0 के विच, क्योंकि आप आगा वैल्यूज़ भर देंगे, जिवें इत्थे 2 आया सी A2 आया सी, तो आप A2 की वैल्यू भरती सी। ठीक है, तो A0 का तो A0 ही रहेगा। ठीक है, हुण देखो नैक्सट की है प्लस का A1। हुण देखो आपां नूं तां वैल्यूज़ मिलियां ही A2 तो सी, A1 नहीं मिला सी, तो आपां की करांगे A1 नूं आपां नहीं लिखांगे। बट तुम एक गल ध्यान दो, जो अपना A1 है वो की हो सकता है। ठीक है, तुम ध्यान दो, क्योंकि x इकल है उत्थे, मतलब अपने को टर्म नहीं हैगी। ठीक है, बट जेकर A3 0 है, A5 0 है, तो तुम गैस कर सकते हो कि 1 3 5 7 ए वाली टर्म्स की ने 0 हैं। ठीक है, ए वाली टर्म्स की हैं 0 हैं, तो आप इतने ऐदा सीधा ही लिखांगे कि
A1 जो अपनी टर्म है वो की है 0 है किंदे लई ए नोट दे फॉर्म दे लई ठीक है ए नोट दी फॉर्म दे लई वैसे नहीं आप 0 उत्थे लिखांगे ए नोट दी फॉर्म दी मैं गल करदा पे जिवें देखो इत्थे अपने कोल A2 दी वैल्यू ए नोट आई सी ते A3 दी वैल्यू 0 आई सी A4 दी वैल्यू ए नोट आई सी 1 नहीं आया सी ठीक है तो उस दे लई है ना तो अपना जो फाइनल आंसर होएगा ना उस दे विच आपां इत्थे पहला ए नोट नूं इशारा करांगे A1 नूं आपां ना बाद दे विच करांगे तो A1 दी टर्म आपां इत्थे नहीं लिखांगे ठीक है आपां फिर आवांगे A2 ते हुण A2 दी वैल्यू आपां निकाली सी A2 दी वैल्यू इन टर्म ऑफ ए नोट इन टर्म ऑफ ए नोट दोबारा याद रखना मैं इन टर्म ऑफ ए नोट की गल कर रहा A1 की नहीं A1 की गल बाद च करांगे तो ए नोट की फॉर्म के मतलब A1 की कोई जी वैल्यू नहीं आई जिंदे ए नोट की फॉर्म च कोई आंसर आए इस तरह की कोई वैल्यू नहीं आई ठीक है तो A2 की वैल्यू की आई माइनस ए नोट बाय 2 A2 की वैल्यू माइनस ए नोट बाय 2 ठीक है नाल एक्स स्केयर उस तरीके A3 की वैल्यू अपने कोल की आई सी 0 ठीक है तुहानू दिखा देना मैं फिर A3 की वैल्यू 0 आई सी ठीक है तो A3 की वैल्यू 0 एक्स क्यूब उदा ही नाल प्लस हुण A4 A4 की गल करिए तो अपने को A4 की वैल्यू कितनी आई है माइनस ए नोट बाय 24 माइनस ए नोट बाय 24 माइनस ए नोट बाय 24 एक्स की पावर 4 ठीक है इत्थे ब्रैकेट लगा दिया पिछे रहन दें हाँ जी हुण प्लस A5 की वैल्यू अपने को 0 आई सी क्योंकि इत्थे A5 एक्स की पावर 5 आनी सी प्लस A6 एक्स की पावर 6 प्लस 1 ठीक है तो वैसे इत्थे आपां मेन 4 तक ही लिखना क्योंकि अपने को टर्म्स होंदियां कोई लिखनी होंदियां जरूरी नहीं हुंदा कि जिन्नियां आपां निकालने होंदियां लिखनियां ठीक है तो A5 0 सी फिर प्लस A6 की वैल्यू कितनी आई सी माइनस ए नोट बाय 240 ठीक है तो तुसीं नीचे देख सकते हो आ रहा A6 माइनस ए नोट बाय 240 तो आप इत्थे लिख देंगे माइनस ए नोट बाय 240 ये अपनी की है A6 की वैल्यू सी नाल एक्स की पावर 6 प्लस सो ऑन ठीक है हुण इत्थे तो आपां सो ऑन कर दिता ए तुसीं देखो ए नोट ए नोट ए नोट ए नोट ये तो ओ वाली टर्म ने सारिया ए नोट वालिया तो आप इन्हों की है ब्रैकेट लगा देंगे ठीक है प्लस A1 एक्स अलग ये सिर्फ अलग रहेगा क्यों क्योंकि देखो ਜਿਹੜੀਆਂ ਹੈਗੀਆਂ ਸੀ ना 3 5 7 9 ठीक है ये वाली टर्म अगे जाके 0 होंदियां जाणगियां तां करके वो वाली टर्म्स तो आनियां ही नहीं विच ते ਜਿਹੜੀਆਂ ਹੈਗੀਆਂ ਹਨ A2 A4 A6 इन्हां ਦੀਆਂ वैल्यूज़ A नोट की फॉर्म ਦੇ ਵਿੱਚ आ रही ਹਨ ਤਾਂ ਇਹਨਾਂ ਨੂੰ ਆਪਾਂ अलग ब्रैकेट ਦੇ ਵਿੱਚ लिख लिया प्लस A1x ਨੂੰ अलग लिख लिया ठीक है ਹੁਣ ਆਪਾਂ देखो A नोट ਨੂੰ कॉमन निकालांगे उपरली सीरीज़ ਦੇ ਵਿੱਚੋਂ ਤਾਂ ਇੱਥੇ ਕੀ आएगा 1 ਕੀ आएगा 1 माइनस ए नोट कॉमन निकाला तो की आ गया 1/2 एक्स स्क्वायर फिर ये तो 0 है ठीक है फिर इत्थे की है माइनस ए नोट बाहर गया तो 1/24 एक्स की पावर 4 फिर 0 है फिर माइनस ठीक है ए नोट तो बाहर गया नीचे की आ गया 1/240 ठीक है एक्स की पावर 6 तो फिर माइनस एंड सो ऑन लास्ट अपनी जी वक्री टर्म बची सी की सी A1 एक्स ठीक है जेकर मान लो A1 की वैल्यू इन टर्म ऑफ ए नोट आई होंगी ना तो उसनों भी इस ऐड करना सी फिर इनू अलग नहीं करना सी मैं तुहानू कह रहा सी कि A1 की वैल्यू इन टर्म ऑफ ए नोट 0 है मतलब ए नोट दे विच A1 की कोई वैल्यू नहीं आई ठीक है तो इत्थे आपां हुण अपना जो फाइनल आंसर सी वो यही है ठीक है इत्थे आप वाई लिखा सी ना इत्थे पूरा उस तरह ही लिख देना है समेशन n इज इक्वल टू 0 तो इनफिनिटी an x की पावर n तो यही की है अपना सोल्यूशन है जिसनों आप की है y मन्निया सी ठीक है तो ये सी अपना जो फर्स्ट एग्जाम्पल ये 2016 ते 2018 के पेपर दे विच आई सी पंजाब यूनीवर्सिटी
ਐਂਡ ਮੈਨੂੰ ਲੱਗਦਾ ਉਸ ਤੋਂ ਬਾਅਦ 2000 ਸ਼ਾਇਦ 21 ਜਾਂ 22 ਦੇ ਵਿੱਚ। ਠੀਕ ਹੈ, ਤਾਂ ਇੰਪੋਰਟੈਂਟ ਕੁਐਸਚਨ ਹੈ। ਉਮੀਦ ਕਰਦਾ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ। ਤਾਂ ਪਹਿਲੀ ਗੱਲ ਤਾਂ ਇਹੀ ਹੈ, ਤੁਹਾਨੂੰ ਜੇਕਰ ਆਹ ਸਟੈਪ ਨਹੀਂ ਕਲੀਅਰ ਹੋਏ ਨਾ ਤਾਂ ਅੱਗੇ ਸੋਲਵ ਨਹੀਂ ਹੋਣਾ। ਪਹਿਲਾਂ ਤੁਹਾਨੂੰ ਕੰਪੇਅਰ ਕਰਨਾ ਆਉਣਾ ਚਾਹੀਦਾ ਹੈ, ਫਿਰ ਤੁਹਾਨੂੰ ਕੀ ਹੈ ਪਤਾ ਹੋਣਾ ਚਾਹੀਦਾ ਹੈ ਕਿ ਕੰਪੇਅਰ ਕਰਨ ਤੋਂ ਬਾਅਦ px ਤੇ qx ਫਾਈਂਡ ਕਰਨਾ ਹੈ। ਫਿਰ ਉਸਨੂੰ ਚੈੱਕ ਕਰਨਾ ਹੈ, ਜੇਕਰ ਐਗਜ਼ਿਸਟ ਕਰਦਾ ਹੈ ਤਾਂ ਉਹ ਕੀ ਹੈ ਆਰਡੀਨਰੀ ਪੁਆਇੰਟ ਹੈ, ਜੇਕਰ ਐਗਜ਼ਿਸਟ ਨਹੀਂ ਕਰਨਾ ਤਾਂ ਉਹ ਸਿੰਗੂਲਰ ਪੁਆਇੰਟ ਹੈ। ਤੇ ਫਿਰ ਉਸ ਤੋਂ ਬਾਅਦ ਕੀ ਹੈ ਸੋਲਿਊਸ਼ਨ ਲੈਟ ਕਰਨਾ ਹੈ। ਜੇ ਮੰਨ ਲਓ ਆਰਡੀਨਰੀ ਆਉਂਦਾ ਤਾਂ ਤੁਹਾਡਾ ਸੋਲਿਊਸ਼ਨ ਕੀ ਹੈ ਇਹ ਵਾਲਾ ਬਣੇਗਾ। ਠੀਕ ਹੈ, ਸਿੰਗੂਲਰ ਵਾਲਾ ਕੀ ਬਣੇਗਾ ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਜਦੋਂ ਸਿੰਗੂਲਰ ਵਾਲਾ ਕੁਐਸਚਨ ਕਰਵਾਵਾਂਗਾ ਤਾਂ ਉਦੋਂ ਤੁਹਾਨੂੰ ਦੱਸ ਦਿਆਂਗਾ। ਠੀਕ ਹੈ, ਤਾਂ ਇਹ ਆਪਣਾ ਕੀ ਹੈ ਜਿਸ ਦੇ ਨਾਲ ਆਪਾਂ ਕੰਪੇਅਰ ਕਰਨਾ ਹੈ। ਮੇਨਲੀ ਇਹਨੂੰ ਕੀ ਹੈ ਸਟੈਂਡਰਡ ਫਾਰਮ ਵੀ ਕਹਿ ਦਿੱਤਾ ਜਾਂਦਾ ਹੈ। ਠੀਕ ਹੈ, ਕਿਉਂਕਿ ਕੰਪੇਅਰ ਕੀਤਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਕੀ ਹੈ ਆਪਾਂ ਕੀ ਕਰਨਾ ਹੈ dy/dx ਦੀ ਵੈਲਿਊ ਫਾਈਂਡ ਕਰਨੀ ਹੈ। ਇਹ dy/dx ਦੀ ਵੈਲਿਊ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ n ਜੋ ਹੈ ਉਹ 0 ਤੋਂ ਇਨਫਿਨਿਟੀ ਤੱਕ ਜਿੰਨੀਆਂ ਵੀ ਟਰਮ ਹੋਣ ਉਹ ਐਗਜ਼ਿਸਟ ਕਰਨ। ਠੀਕ ਹੈ, ਇਸੇ ਤਰ੍ਹਾਂ ਹੀ d2y/dx² ਦੀ ਵੀ ਇਸ ਤਰ੍ਹਾਂ ਦੀ ਆਪਾਂ ਵੈਲਿਊ ਫਾਈਂਡ ਕਰਨੀ ਹੈ ਜਿੰਦੀਆਂ ਸਾਰੀਆਂ ਟਰਮਸ ਐਗਜ਼ਿਸਟ ਕਰਨ। ਠੀਕ ਹੈ, ਡਸ ਨਾਟ ਐਗਜ਼ਿਸਟ ਨਹੀਂ ਹੋਣੀਆਂ ਚਾਹੀਦੀਆਂ। ਜਦੋਂ ਐਗਜ਼ਿਸਟ ਕਰਨਗੀਆਂ ਤਾਂ ਉਸ ਤੋਂ ਬਾਅਦ ਆਪਾਂ ਕੀ ਹੈ a2 ਫਾਈਂਡ ਕਰਨਾ ਹੈ, a3 ਫਾਈਂਡ ਕਰਨਾ ਹੈ, a4 ਫਾਈਂਡ ਕਰਨਾ ਹੈ। ਅੱਛਾ, ਇੱਕ ਗੱਲ ਇੱਥੇ ਇੱਕ ਹੋਰ ਧਿਆਨ ਦੇਣਾ, ਜ਼ਰੂਰੀ ਨਹੀਂ ਹੋਏਗਾ ਹਰ ਵਾਰੀ ਕਿ a3 a5 a7 ਇਹ ਸਾਰੇ 0 ਹੋਣਗੇ, ਨਹੀਂ। ਇਹ ਡਿਪੈਂਡ ਕਰੇਗਾ ਆਪਣੇ ਕੋਲ ਇਕੁਏਸ਼ਨ ਕਿਸ ਤਰ੍ਹਾਂ ਦੀ, ਕਿਉਂਕਿ ਹਰ ਵਾਰੀ ਤੁਹਾਡੇ ਕੋਲ ਇੱਥੇ -x ਨਹੀਂ ਹੋਏਗਾ। ਕਈ ਵਾਰ ਇੱਥੇ -x², ਕਈ ਵਾਰ ਇੱਥੇ -x⁵ ਹੋਏਗੀ, ਅਤੇ ਕਈ ਵਾਰ ਇੱਥੇ y ਦੇ ਨਾਲ ਵੀ ਕੋਈ ਚੀਜ਼ ਮਲਟੀਪਲਾਈ ਹੋਏਗੀ। ਤਾਂ ਹਮੇਸ਼ਾ ਇਹ ਵਾਲੀ ਕੀ ਹੈ ਡਿਫਰੈਂਸ਼ੀਅਲ ਇਕੁਏਸ਼ਨ ਨਹੀਂ ਆਏਗੀ ਆਪਣੇ ਕੋਲ। ਠੀਕ ਹੈ, ਤਾਂ ਤੁਸੀਂ ਕੀ ਕਰਨਾ ਹੈ ਆਪਣੇ ਆਪ ਇਸ 'ਤੇ ਕੁਛ ਕੁਐਸਚਨ ਟਰਾਈ ਕਰਨੇ ਹਨ। ਜੇਕਰ ਇਸ ਸਮੇਂ ਲੱਗ ਗਿਆ ਹੈ ਤਾਂ ਮੈਂ ਤੁਹਾਨੂੰ ਕੁਐਸਚਨ ਕੀ ਹੈ ਦੇ ਦਿੰਦਾ ਹਾਂ, ਲਿਖ ਦਿੰਦਾ ਹਾਂ, ਜੋ ਤੁਸੀਂ ਕੀ ਹੈ ਸੋਲਵ ਕਰਨੇ ਹਨ। ਆਰਡੀਨਰੀ ਪੁਆਇੰਟ ਵਾਲੇ ਹੀ ਆਪਾਂ ਦੇਖਾਂਗੇ, ਜਿਵੇਂ ਕਿ ਸੈਕਿੰਡ ਐਗਜ਼ਾਮਪਲ ਹੀ ਹੈ ਉਹ ਤੁਸੀਂ ਕਰਨਾ। ਇਹ ਤੁਸੀਂ ਆਪਣੇ ਆਪ ਕੀ ਹੈ ਟਰਾਈ ਕਰਨੀ ਹੈ। ਸੋਲਵ ਇਨ ਸੀਰੀਜ਼ y डबल डैश -3y डैश प्लस 2y इज इक्वल टू 0। y डबल डैश यानी कि डबल डेरिवेटिव, y डैश मतलब सिंगल डेरिवेटिव। ठीक है, ये भी प्रीवियस ईयर क्वेश्चनस ਦੇ ਵਿੱਚ ਆਇਆ ਹੋਈ ਹੈ। क्वेश्चन कई बुक्स ਦੇ ਵਿੱਚ क्वेश्चन होएगा, कई बुक्स ਦੇ ਵਿੱਚ एग्जाम्पल होएगी, ਤਾਂ ਇਹ ਵੀ ਤੁਸੀਂ करना है। ठीक है, ऑर्डिनरी पॉइंट एक ये वाला तुसी ट्राई करना, जेकर हो जाए तो, नहीं होएगा तो नैक्सट मैं ये जरूर करवावांगा। 1 - x² इंटू d² y/dx² प्लस 2y इज इक्वल टू 0। ठीक है, ये थर्ड एग्जाम्पल है, ये सैकेंड एग्जाम्पल है। तो इस ध्यान देना, इत्थे जो की है तुसी वैल्यू फाइंड करोगे ना d² y/dx² ਦੀ ਉਸਨੂੰ ਇਹਨਾਂ ਦੇ ਨਾਲ ਮਲਟੀਪਲਾਈ ਕਰਨਾ ਹੈ। ਇੱਕ ਇੱਥੇ d² y/dx² ਰਹਿ ਜਾਏਗਾ, ਇੱਥੇ -x² ਇੰਟੂ d² y/dx² ਹੋਏਗਾ। ਤੇ ਉਹ x ਦੀ ਪਾਵਰ ਤੁਸੀਂ ਕੀ ਹੈ ਅੰਦਰ ਜਾ ਕੇ ਜੋ ਵੀ ਇੱਥੇ an ਵਗੈਰਾ ਹੋਏਗਾ ਤਾਂ ਤੁਸੀਂ n+2 ਕਰ ਦੋਗੇ, ਇਹ 2 ਪਾਵਰ ਦੇ ਵਿੱਚ ਜੁੜ ਜਾਏਗਾ ਜਿੰਨੀ ਵੀ ਇੱਥੇ n ਹੋਏਗੀ। ਠੀਕ ਹੈ, ਤਾਂ ਇਹ ਇਸ ਤਰ੍ਹਾਂ ਹੋਏਗਾ। ਤਾਂ ਇਹ ਦੋ ਕੁਐਸਚਨ ਤੁਸੀਂ ਕੀ ਹੈ ਸੋਲਵ ਕਰਨੇ ਹਨ। ਤਾਂ ਉਮੀਦ ਕਰਦਾ ਤੁਹਾਨੂੰ ਕੀ ਹੈ ਸਾਰਾ ਕੁਐਸਚਨ ਸਮਝ ਆਇਆ ਹੋਏਗਾ, ਕਨਸੈਪਟ ਸਮਝ ਆਇਆ ਹੋਏਗਾ। ਤਾਂ ਮਿਲਦੇ ਹਨ ਨੈਕਸਟ ਜੋ ਪਾਰਟ ਹੋਏਗਾ ਇਸ ਚੈਪਟਰ ਦਾ, ਉਸ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਐਂਡ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ। ਆਪਣੇ ਫਰੈਂਡਸ ਨੂੰ ਵੀ ਲਿੰਕ ਸ਼ੇਅਰ ਕਰ ਦੇਣਾ ਜੋ ਕਿ ਹੈ ਮੈਥਸ ਕਰਦੇ ਹਨ। ਥੈਂਕ ਯੂ।